ਆ ਉਸ ਦਰਮਿਆਨ ਜੋ ਰਸਤੇ ਦੇ ਵਿੱਚ ਗਰੀਬ ਬਸਤੀਆਂ ਸਲਮ ਏਰੀਆ ਉਹਨਾਂ ਦੇ ਮੂਹਰੇ ਕਈ ਫੀਟ ਉੱਚੀਆਂ ਕੰਧਾਂ ਕਢਾਈਆਂ ਜਾ ਰਹੀਆਂ ਤਾਂ ਕਿ ਅਸਲ ਭਾਰਤ ਦੀ ਤਸਵੀਰ ਜਿਹੜੀ ਹੈ ਉਹ ਅਸਲ ਬੰਦੇ ਦੇ ਸਾਹਮਣੇ ਨਾ ਆ ਸਕੇ। ਮਤਲਬ ਅਸਲ ਕੌਣ ਹੈ ਕਿ ਉਸ ਦਿਨ ਇਹਨਾਂ ਦਾ ਜਿਹੜਾ ਮੁੱਖ ਮਹਿਮਾਨ ਹੋਏਗਾ, ਵੈਸੇ ਮੁੱਖ ਮਹਿਮਾਨ ਵੀ ਜਿਹੜਾ ਉਹ ਫੁੱਲਿਆ ਨਹੀਂ ਸਮਾਰਿਆ। ਮੈਂ ਦੇਖ ਰਿਹਾ ਸੀਗਾ ਤੁਹਾਡਾ ਪ੍ਰੈਜ਼ੀਡੈਂਟ ਕਹਿ ਰਿਹਾ ਕਿ 6-7 ਮਿਲੀਅਨ ਬੰਦਾ ਤੇ ਉਹ ਮੋਦੀ ਸਾਹਿਬ ਸੱਦ ਰਹੇ ਆ ਉੱਥੇ ਏਅਰਪੋਰਟ ਤੇ ਹੀ ਜਿੱਥੇ ਮੈਂ ਜਾ ਕੇ ਕਰਨਾ। ਸੋ ਬੜੀ ਕਮਾਲ ਦੀ ਗੱਲ ਹੋਣ ਜਾ ਰਹੀ ਹੈ। ਤਾਂ ਖੈਰ ਦੇਖੋ ਇਹ ਸਾਰੇ ਚੋਚਲੇ ਹੁੰਦੇ ਆ ਜਾਂ ਇਹ ਕਹਿ ਲਈਏ ਕਿ ਇੱਕ ਐਸੀ ਪਰਸੈਪਸ਼ਨ ਹੈ ਜਿਹਦੇ ਵਿੱਚ ਤੁਸੀਂ ਰੂੜੀ ਤੇ ਜਿੰਨੇ ਮਰਜ਼ੀ ਪਰਦੇ ਪਾਈ ਚਲੋ ਹੈ ਨਾ, ਸੋਚਦੇ ਹੋ ਤੁਸੀਂ ਕਿ ਮੁਸ਼ਕ ਨਹੀਂ ਆਊਗਾ, ਉਹ ਮੁਸ਼ਕ ਆ ਜਾਂਦਾ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਕੀ ਦੁਨੀਆ ਨੂੰ ਪਤਾ ਨਹੀਂ ਕਿ ਭਾਰਤ ਦੇ ਵਿੱਚ ਗਰੀਬੀ ਹੈ। ਔਰ ਦੂਜੀ ਗੱਲ ਆ ਤੁਹਾਨੂੰ ਇਹ ਲੋਕ ਫਿਰ ਗਰੀਬ ਲੋਕ ਜਿਹੜੇ ਚੁੱਭਦੇ ਕਿਉਂ ਆ, ਜੋ ਸਲਮ ਦੇ ਵਿੱਚ ਰਹਿੰਦੇ ਆ, ਜੋ ਇਹਨਾਂ ਬਸਤੀਆਂ 'ਚ ਰਹਿੰਦੇ ਆ, ਉਹ ਚੁੱਭਦੇ ਕਿਉਂ ਆ? ਜਾਂ ਤਾਂ ਉਹਨਾਂ ਦਾ ਉਦਾਰ ਕਰੋ, ਜਾਂ ਤਾਂ ਉਹਨਾਂ ਦੀ ਤਰੱਕੀ ਕਰੋ, ਜਾਂ ਫਿਰ ਇਸ ਤਰ੍ਹਾਂ ਉਹਨਾਂ ਨੂੰ ਦਰਕਾਰੋ ਨਾ, ਇਸ ਤਰ੍ਹਾਂ ਉਹਨਾਂ ਨੂੰ ਨੀਚਾ ਨਾ ਦਿਖਾਓ ਕਿ ਤੁਸੀਂ ਉਹਨਾਂ ਨੂੰ ਲੁਕਾ ਰਹੇ ਹੋ, ਛੁਪਾ ਰਹੇ ਹੋ। ਕੀ ਗੱਲ ਉਹ ਇਸ ਦੇਸ਼ ਦੇ ਨਾਗਰਿਕ ਨਹੀਂ, ਕਿ ਉਹ ਸਰਾਪੇ ਹੋਏ ਨਾਗਰਿਕ ਆ? ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਫਜ਼ੀਅਤ ਕਰਾ ਰਿਹਾ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ। ਔਰ ਇਹ ਉਹ ਗੁਜਰਾਤ ਮਾਡਲ ਆ ਜਿਹਨੂੰ ਵੇਖ ਕੇ ਦੇਖੋ 2019 ਵਾਲਾ ਜੋ ਕੰਮ ਬਣਿਆ ਸੀਗਾ ਨਾ ਇਲੈਕਸ਼ਨ ਜਿੱਤਣ ਦਾ, ਚਲੋ ਉਹ ਅਲੱਗ ਕਿਤੇ ਸੰਵਾਦ ਦਾ ਵਿਸ਼ਾ ਹੈ, ਉਹ ਵੱਖਰੀ ਤਰ੍ਹਾਂ ਦਾ ਇਲੈਕਸ਼ਨ ਸੀ। ਪਰ ਸੱਚ ਜਾਣੋ ਜਿਹੜਾ 2014 ਦਾ ਇਲੈਕਸ਼ਨ ਸੀ ਉਹਦੇ ਵਿੱਚ ਗੁਜਰਾਤ ਮਾਡਲ ਕਿਤੇ ਹਾਵੀ ਸੀ। ਤੇ ਜੇ ਗੁਜਰਾਤ ਮਾਡਲ ਇਹੋ ਜਿਹਾ ਤੇ ਫਿਰ ਆਪਣੇ ਆਪ ਦੇ ਵਿੱਚ ਇਸ ਮਾਡਲ ਤੇ ਕਈ ਸਵਾਲ ਖੜੇ ਹੋਣਗੇ ਕਿ ਤੁਹਾਨੂੰ ਉਸ ਮਾਡਲ ਨੂੰ ਲੁਕਾਉਣਾ ਪੈ ਰਿਹਾ ਆਪਣੇ ਮਹਿਮਾਨ ਦੇ ਕੋਲੋਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਫੀਲ ਖਾਨ ਤੇ ਰਿਹਾਈ ਤੋਂ ਪਹਿਲਾਂ ਵੱਡੀ ਕਾਰਵਾਈ ਯੋਗੀ ਸਰਕਾਰ ਨੇ ਲਾਇਆ NSA। ਦੇਖੋ ਕਫੀਲ ਖਾਨ ਉਹੀ ਡਾਕਟਰ ਆ, ਯਾਦ ਹੋਣਾ ਤੁਹਾਨੂੰ, ਬੜੀ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ ਉੱਥੇ ਬੱਚੇ ਮਰੇ ਸਨ, ਲਗਾਤਾਰ ਬੱਚਿਆਂ ਦੀ ਮੌਤ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਜੇਲ੍ਹ ਘੱਲ ਦਿੱਤਾ ਗਿਆ ਸੀਗਾ। ਪਰ ਕਫੀਲ ਖਾਨ ਜਿਹੜਾ ਆ ਉਹ ਬੇਦਾਗ ਸਾਬਤ ਹੋਇਆ, ਬੇਦੋਸ਼ਾ ਸਾਬਤ ਹੋਇਆ। ਉਸ ਤੋਂ ਬਾਅਦ ਕਫੀਲ ਖਾਨ ਦੀ ਇੱਕ ਵੀਡੀਓ ਵੀ ਤੁਸੀਂ ਵੇਖੀ ਹੋਣੀ, ਵਾਇਰਲ ਹੋਈ ਕਿ ਕਿਸ ਤਰ੍ਹਾਂ ਬਰਸਾਤ ਦੇ ਵਿੱਚ ਯਾਨੀ ਬਹੁਤ ਪਾਣੀ ਆ ਸਲਮ ਏਰੀਆ ਦੇ ਵਿੱਚ, ਉੱਥੇ ਜਾ ਕੇ ਸੇਵਾ ਕਰ ਰਿਹਾ ਲੋਕਾਂ ਦੀ। ਤਾਂ ਕਫੀਲ ਖਾਨ ਆਪਣੇ ਆਪ ਦੇ ਵਿੱਚ ਇੱਕ ਕਹਿ ਲਈਏ ਕਿ ਸੰਸਥਾ ਦਾ ਨਾਂ ਹੈ। ਪਰ ਰੌਲਾ ਕੀ ਹੈ ਕਿ ਉਹ ਇੱਕ ਐਸੇ ਭਾਈਚਾਰੇ ਤੋਂ ਆਉਂਦਾ ਜਿਹਦੇ ਖਿਲਾਫ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਇੱਕ ਖਾਸ ਤਰ੍ਹਾਂ ਦੀ ਇੱਕ ਮੁਹਿੰਮ ਚੱਲ ਰਹੀ ਹੈ ਸਿਆਸੀ ਤੌਰ ਤੇ। ਤਾਂ ਉਹ ਕਫੀਲ ਖਾਨ ਜਿਹੜਾ ਹੁਣ ਲਗਾਤਾਰ ਇਹਨਾਂ ਤੇ ਹਮਲੇ ਵੀ ਕਰ ਰਿਹਾ, ਸਰਕਾਰ ਤੇ ਪ੍ਰੋਟੈਸਟ ਵੀ ਕਰ ਰਿਹਾ। ਚਲੋ ਪ੍ਰੋਟੈਸਟ ਲੋਕਤੰਤਰ ਦੇ ਵਿੱਚ ਹਰੇਕ ਨਾਗਰਿਕ ਦਾ ਅਧਿਕਾਰ ਆ। ਤਾਂ ਉਹ ਜਿਹੜਾ ਮੁੱਦਾ ਚੱਲ ਰਿਹਾ ਸੀਗਾ CA ਦਾ, ਤਾਂ ਉਹਨੇ ਇੱਕ ਥਾਂ ਤੇ ਭਾਸ਼ਣ ਦਿੱਤਾ, ਕਿਉਂਕਿ ਮੈਂ ਸੁਣਿਆ ਨਹੀਂ ਇਸ ਕਰਕੇ ਮੈਂ ਕਥਿਤ ਸ਼ਬਦ ਇਸਤੇਮਾਲ ਕਰਦਾ ਕਿ ਉਹ ਕਥਿਤ ਭੜਕਾਊ ਭਾਸ਼ਣ ਦੱਸਿਆ ਗਿਆ ਕਿ ਇੰਨੇ ਭੜਕਾਊ ਭਾਸ਼ਣ ਦਿੱਤਾ। ਉਸ ਤੋਂ ਬਾਅਦ ਇਹਦੇ ਤੇ ਕੇਸ ਦਰਜ ਕਰ ਲਿਆ ਜਾਂਦਾ, ਗ੍ਰਿਫਤਾਰ ਕਰ ਲਿਆ ਜਾਂਦਾ। ਬਟ ਰੌਲਾ ਇਹ ਹੈ ਕਿ ਜਦੋਂ ਉਹਦੀ ਜ਼ਮਾਨਤ ਹੋ ਗਈ ਇਸ ਮੁਕੱਦਮੇ 'ਚ, ਜਿਹੜਾ ਇਹਨਾਂ ਨੇ ਭੜਕਾਊ ਭਾਸ਼ਣ ਵਾਲਾ ਲਾਇਆ ਸੀਗਾ ਮੁਕੱਦਮਾ, ਤਾਂ ਉਹਦੇ 'ਚ ਜ਼ਮਾਨਤ ਹੋ ਗਈ। ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਤੇ ਫੇਰ ਬਾਹਰ ਆ ਜਾਣਾ ਕਫੀਲ ਖਾਨ, ਉਹ ਫੇਰ ਬੋਲੂਗਾ, ਹੁਣ ਉਹਦੇ ਤੇ NSA ਲਾ ਦਿੱਤਾ ਗਿਆ। ਮਤਲਬ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਆ, ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਦਮ ਚੁੱਕਿਆ ਗਿਆ ਯੋਗੀ ਸਰਕਾਰ ਵੱਲੋਂ। ਤਾਂ ਹੁਣ ਇਹੀ ਮਤਲਬ ਨਿਕਲੇਗਾ ਇਸ ਗੱਲ ਦਾ ਕਿ ਕਫੀਲ ਖਾਨ ਨੂੰ ਰਿਹਾਈ ਨਹੀਂ ਮਿਲੇਗੀ, ਉਹ ਜੇਲ੍ਹ ਦੇ ਵਿੱਚ ਰਹੂਗਾ। ਪਰ ਇਹ ਇੱਕ ਬਹੁਤ ਵੱਡਾ, ਮੈਂ ਕਹੂੰਗਾ ਕਿ ਬਹੁਤ ਵੱਡਾ ਸਵਾਲ ਰਹੇਗਾ ਕਿ ਕਫੀਲ ਖਾਨ ਦੇ ਮਾਮਲੇ 'ਚ ਤੁਸੀਂ NSA ਲਾ ਦਿੱਤਾ। ਉਹ ਕਹਿ ਰਹੇ ਹੋ ਤੁਸੀਂ ਕਿ ਭੜਕਾਊ ਭਾਸ਼ਣ ਦਿੰਦਾ, ਤਾਂ ਕੀ ਜਿਹੜੇ ਮੰਤਰੀ ਸਾਹਿਬ ਭੀੜ ਦੇ ਵਿੱਚ ਖੜ ਕੇ ਕਹਿੰਦੇ ਆ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ, ਅੱਗੋਂ ਆਵਾਜ਼ ਆਉਂਦੀ ਹੈ ਸਾਲੋਂ ਕੋ, ਕੀ ਉਹ ਭੜਕਾਊ ਭਾਸ਼ਣ ਨਹੀਂ ਹੈ? ਸਭ ਤੋਂ ਵੱਡਾ ਸਵਾਲ ਇਹ ਰਹੇਗਾ। ਫਿਰ ਦੂਜੀ ਗੱਲ ਇਹ ਆ ਕਿ ਇੱਕ ਇਹਨਾਂ ਦਾ ਜਿਹੜਾ ਹੈਗਾ ਪ੍ਰਵੇਸ਼ ਸਾਹਿਬ ਸਿੰਘ ਵਰਮਾ, ਉਹ ਕਹਿ ਦਿੰਦਾ, ਉਹ ਸਾਹਿਬ ਇਹ ਗੱਲ ਕਹਿ ਦਿੰਦਾ ਕਿ ਅਸੀਂ ਸਰਕਾਰ ਦੇ ਵਿੱਚ ਆ ਗਏ, ਯਾਨੀ ਦਿੱਲੀ ਦੇ ਵਿੱਚ ਜੇ ਅਸੀਂ ਪਾਵਰ ਦੇ ਵਿੱਚ ਆ ਗਏ ਤੇ 18 ਮਸਜਿਦਾਂ ਅਸੀਂ ਜਿਹੜੀਆਂ ਡੇਗ ਦਿਆਂਗੇ। ਕੀ ਇਹ ਭੜਕਾਊ ਭਾਸ਼ਣ ਨਹੀਂ ਹੈ? ਕੀ ਇਹ ਭੜਕਾਊ ਭਾਸ਼ਣ ਨਹੀਂ ਹੈ? ਫਿਰ ਦੂਜੀ ਗੱਲ ਆ ਦਵਿੰਦਰ DSP ਤੁਸੀਂ ਫੜਿਆ, ਹੁਣ ਮੈਂ ਚਲੋ ਉਸ ਗੱਲ ਨੂੰ ਵੀ ਜੋੜ ਦਿੰਦਾ। ਸ਼ਰਜੀਲ ਦੇ ਖਿਲਾਫ ਇਹਨਾਂ ਨੇ ਮੁਕੱਦਮਾ ਬਣਾ ਦਿੱਤਾ। ਕੋਈ ਕੁੜੀ ਅੱਗੇ ਮੰਨ ਲਓ ਕੋਈ ਪ੍ਰੋਟੈਸਟ ਕਰਦੀ ਹੈ ਕਿਸੇ ਲੀਡਰ ਦੇ, ਤਖਤੀ ਚੱਕ ਕੇ ਉਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਬਣਾ ਦਿੱਤਾ।
ਹੁਣ ਤੱਕ ਤੁਸੀਂ ਵੇਖਿਆ ਹੋਊਗਾ ਕਿ ਦਵਿੰਦਰ ਸਿੰਘ ਤੇ ਇਹਨਾਂ ਨੇ ਦੇਸ਼ ਧਰੋਹ ਦਾ ਮੁਕੱਦਮਾ ਨਹੀਂ ਲਾਇਆ। ਜਿਹੜਾ ਬੰਦਾ ਏਡੀ ਤਗੜੀ ਗਦਾਰੀ ਕਰ ਗਿਆ ਮੁਲਕ ਦੇ ਨਾਲ, ਉਸ ਬੰਦੇ ਤੇ ਕੋਈ ਦੇਸ਼ ਧਰੋਹ ਦਾ ਮੁਕੱਦਮਾ ਨਹੀਂ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਦੇ ਕਦਮ ਵਿਸ਼ੇਸ਼ ਬੰਦਿਆਂ ਦੇ ਖਿਲਾਫ ਚੁੱਕਨੇ ਹੋ ਤਾਂ ਫਿਰ ਆਪਣੇ ਬੰਦੇ ਵੀ ਤਾਂ ਦੇਖੋ ਨਾ, ਉਹ ਵੀ ਤਾਂ ਭੜਕਾਊ ਭਾਸ਼ਣ ਦੇਣ ਡਏ ਆ। ਉਹ ਕਿਹੜਾ ਫੁੱਲਾਂ ਦੇ ਗੁਲਦਸਤੇ ਲੈ ਕੇ ਤੇ ਲੋਕਾਂ ਨੂੰ ਭੇਂਟ ਕਰਦੇ ਪਏ ਕਿ ਲਓ ਜੀ ਆ ਸਾਡੇ ਵੱਲੋਂ ਇਹ ਤੋਹਫਾ ਕਬੂਲ ਕਰੋ, ਤਾਂ ਉਹ ਵੀ ਅੰਗਿਆਰੇ ਹੀ ਸੁੱਟਦੇ ਆ ਮੂੰਹ ਦੇ ਵਿੱਚੋਂ। ਤਾਂ ਕੇਸ ਉਹਨਾਂ ਤੇ ਵੀ ਫਿਰ ਦਰਜ ਕਰੋ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਨ੍ਹਈਆ ਕੁਮਾਰ ਦੇ ਕਾਫਲੇ ਦੇ ਉੱਤੇ 8ਵੀਂ ਵਾਰ ਹੋਇਆ ਹੈ ਹਮਲਾ, ਗੱਡੀ ਨੂੰ ਨੁਕਸਾਨ ਪਹੁੰਚਿਆ ਆ, ਜਿਹੜਾ ਕਹਿੰਦੇ 1.5 ਕਰੋੜ ਜਿਹੜਾ ਹਰ ਰੋਜ਼ ਮੋਦੀ ਦੇ ਉੱਤੇ ਲੱਗਦਾ, ਥੋੜਾ ਜਿਹਾ ਇੱਧਰ ਵੀ ਲਾ ਦਿਆ ਕਰਨ। ਦੇਖੋ ਇੱਕ ਨਾ ਬਹੁਤ ਅਜੀਬੋ ਗਰੀਬ ਜੀ ਸਥਿਤੀ ਆ ਕਿ ਹੁਣ ਤੁਸੀਂ ਕਿਸੇ ਬੰਦੇ ਨੂੰ, ਜਿਹੜਾ ਵਿਰੋਧੀ ਬੰਦਾ, ਚਾਹੇ ਉਹ ਰਾਈਟ ਦਾ ਚਾਹੇ ਲੈਫਟ ਦਾ ਹੈ, ਜਿਹੜਾ ਬੰਦਾ ਸਿਆਸੀ ਤੌਰ ਤੇ ਤੁਹਾਡਾ ਨੁਕਸਾਨ ਕਰਦਾ, ਤੁਸੀਂ ਉਹਨੂੰ ਖੁੱਲ ਕੇ ਤੁਰਨ ਵੀ ਨਾ ਦਿਓ ਤਾਂ ਬਹੁਤ ਵੱਡੀ ਗੱਲ ਆ। ਔਰ ਦੂਜੀ ਚੀਜ਼ ਇਹ ਆ ਕਿ ਕਨ੍ਹਈਆ ਕੁਮਾਰ ਦਾ ਦੋਸ਼ ਕੀ ਹੈ? ਸਭ ਤੋਂ ਵੱਡਾ ਸਵਾਲ ਇਹੀ ਰਹੇਗਾ, ਉਹ ਜਿਹੜਾ ਕੇਸ ਇਹਨਾਂ ਤੇ ਚੱਲਦਾ ਪਿਆ ਹਾਲੇ ਤੱਕ ਉਹਦੇ 'ਚ ਇਹਨਾਂ ਨੇ ਚਲਾਨ ਨਹੀਂ ਪੇਸ਼ ਕੀਤਾ। ਮਤਲਬ ਕਿ ਜਦੋਂ ਤੀਕ ਤੁਸੀਂ ਕਿਸੇ ਕਾਨੂੰਨ ਦੇ ਰਾਹੀਂ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕਰਦੇ ਤਾਂ ਉਦੋਂ ਤੱਕ ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ਕਿ ਦੇਸ਼ ਧਰੋਹੀ ਆ, ਦੇਸ਼ ਵਿਰੋਧੀ ਆ, ਫਲਾਂ ਟੁਕੜੇ ਟੁਕੜੇ ਗੈਂਗ। ਦੇਖੋ ਦੇਸ਼ ਦਾ ਹੋਮ ਮਿਨਿਸਟਰ ਟੁਕੜੇ ਟੁਕੜੇ ਗੈਂਗ ਸ਼ਬਦ ਇਸਤੇਮਾਲ ਕਰਦਾ ਜਦੋਂ RTI ਰਾਹੀਂ ਪੁੱਛਿਆ ਜਾਂਦਾ ਕਿ ਕੋਈ ਟੁਕੜੇ ਟੁਕੜੇ ਗੈਂਗ ਹੈਗਾ ਆਪਣੇ ਮੁਲਕ ਦੇ ਵਿੱਚ, ਤੇ ਉੱਥੇ ਜਵਾਬ ਮਿਲਦਾ ਕਿ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਟੁਕੜੇ ਟੁਕੜੇ ਗੈਂਗ ਹੈ ਹੀ ਨਹੀਂ ਹੈ। ਤਾਂ ਦੇਸ਼ ਦਾ ਹੋਮ ਮਿਨਿਸਟਰ ਵਾਰ-ਵਾਰ ਟੁਕੜੇ ਟੁਕੜੇ ਗੈਂਗ ਸ਼ਬਦ ਇਸਤੇਮਾਲ ਕਰਦਾ। ਤਾਂ ਜਦੋਂ ਇਸ ਤਰ੍ਹਾਂ ਦੇ ਫਿਰਕੂ ਬਿਆਨ ਦਿਓਗੇ ਤੁਸੀਂ, ਜਦੋਂ ਲੋਕਾਂ ਨੂੰ ਉਕਸਾਓਗੇ ਤੁਸੀਂ, ਤਾਂ ਫਿਰ ਲੋਕ ਤੁਹਾਡੇ ਬਹਿਕਾਵੇ 'ਚ ਆ ਕੇ, ਤੁਹਾਡੇ ਭਰਮਾਂ 'ਚ ਆ ਕੇ ਇਸ ਤਰ੍ਹਾਂ ਦੇ ਕਦਮ ਚੁੱਕਣਗੇ। ਤਾਂ ਇਹ ਕਨ੍ਹਈਆ ਦੇ ਕਾਫਲੇ ਤੇ ਜਿਵੇਂ ਤੁਸੀਂ ਕੋਟ ਕੀਤਾ ਹੀ ਆ ਕਿ 7-8 ਵਾਰੀ ਹਮਲਾ ਹੋ ਗਿਆ, ਖਬਰ ਨੂੰ ਕੋਟ ਕਰਕੇ ਦੱਸਿਆ ਤੁਸੀਂ 8ਵੀਂ ਵਾਰ ਸ਼ਾਇਦ ਹਮਲਾ ਹੋਇਆ। ਤਾਂ ਇਹ ਮੇਰੇ ਖਿਆਲ ਦੇ ਨਾਲ ਬਹੁਤ ਖਤਰਨਾਕ ਵਰਤਾਰਾ ਹੈ। ਕੱਲ ਨੂੰ ਕੋਈ ਵੱਡਾ ਨੁਕਸਾਨ ਹੋ ਜਾਂਦਾ, ਫਿਰ ਤੁਹਾਨੂੰ ਪਤਾ ਅੱਗ ਜਿਹੜੀ ਆ ਤੁਰਦੀ ਤੁਰਦੀ ਗਾਂਹ ਤੀਕ ਚਲੇ ਜਾਂਦੀ ਆ। ਇਸ ਚੀਜ਼ ਨੂੰ ਰੋਕਣਾ ਚਾਹੀਦਾ। ਔਰ ਅਸੀਂ ਤੇ ਉਹ ਸਮਾਂ ਵੀ ਵੇਖਿਆ, ਤੁਹਾਨੂੰ ਚੇਤੇ ਹੋਣਾ, ਜਦੋਂ ਕਨ੍ਹਈਆ ਦੀ ਪੇਸ਼ੀ ਸੀਗੀ ਅਦਾਲਤ ਦੇ ਵਿੱਚ ਤੇ ਵਕੀਲਾਂ ਨੇ ਕੁੱਟ ਸੁੱਟਿਆ ਸੀ ਇਹਨੂੰ ਚੱਪਲਾਂ ਦੇ ਨਾਲ। ਮਤਲਬ ਕਿ ਤੁਹਾਡਾ ਇੰਨਾ ਵੀ ਜਿਗਰਾ ਹੈ ਨਹੀਂਗਾ ਕਿ ਕਨ੍ਹਈਆ ਵਰਗਾ ਨੌਜਵਾਨ ਜਦੋਂ ਸਵਾਲ ਕਰਦਾ, ਸਪੀਚਾਂ ਕਰਦਾ, ਤੇ ਤੁਸੀਂ ਤਾਰਕਿਕ ਜਵਾਬ ਦਿਓ। ਇਹ ਕੀ ਹੋਇਆ ਕਿ ਕਦੇ ਉੱਥੇ ਪੱਥਰ ਸੁੱਟ ਦਿੱਤੇ, ਜੇ ਕਿਤੇ ਉਹ ਪ੍ਰੋਗਰਾਮ ਕਰਦਾ, ਜਾ ਕੇ ਕੋਈ ਫੰਕਸ਼ਨ ਕਰਦਾ, ਉਹਦੇ ਵਿੱਚ 4 ਬੰਦੇ ਤੁਸੀਂ ਘੱਲ ਦਿੰਦੇ ਆ। ਹਾਂ, ਸਵਾਲ ਜਵਾਬ ਹੋਣੇ ਚਾਹੀਦੇ ਆ, ਕਨ੍ਹਈਆ ਨੂੰ ਵੀ ਸਵਾਲ ਕਰਨੇ ਚਾਹੀਦੇ ਆ, ਜੋ ਮਰਜ਼ੀ ਪੁੱਛੋ ਤੁਸੀਂ, ਉਹ ਤੁਹਾਨੂੰ ਜਵਾਬ ਦੇਊਗਾ। ਪਰ ਆ ਜਿਹੜਾ ਕੰਮ ਚੱਲਦਾ ਪਿਆ ਇਹ ਬਹੁਤ ਖਤਰਨਾਕ ਆ। ਤਾਂ ਇਹ ਘਟਨਾ ਜਿਹੜੀ ਉਹ ਦੱਸਦੇ ਬਿਹਾਰ ਦੇ ਵਿੱਚ ਜੋ ਚੱਲਦਾ ਪਿਆ ਦਾ ਪ੍ਰੋਗਰਾਮ, ਕੋਈ ਯਾਤਰਾ ਕਰ ਰਿਹਾ ਹੈ, ਇਹ ਕਾਫੀ ਲੰਮੀ ਚੌੜੀ ਯਾਤਰਾ ਹੈ ਜੀ, ਜਨ ਗਣ ਮਨ ਯਾਤਰਾ, ਸ਼ਾਇਦ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਦਿੱਤਾ ਗਿਆ, ਤਾਂ ਉਹ ਵੱਖ-ਵੱਖ ਥਾਵਾਂ ਤੇ ਜਾ ਰਿਹਾ। ਤਾਂ ਇਹ ਜਿਹੜੀ ਯਾਤਰਾ ਚੱਲਦੀ ਪਈ, ਚੱਲਦੀ ਯਾਤਰਾ ਦੇ ਦਰਮਿਆਨ ਤੁਸੀਂ ਦੇਖ ਲਓ ਕਿ 7ਵੀਂ-8ਵੀਂ ਵਾਰ ਹਮਲਾ ਹੋ ਜਾਂਦਾ। ਹੁਣ ਵੀ ਦੱਸਦੇ ਕਿ ਇੱਕ ਗੱਡੀ ਪਹਿਲਾਂ ਇਹਨਾਂ ਦੇ ਕਾਫਲੇ ਦੇ ਵਿੱਚ ਦਾਖਲ ਹੁੰਦੀ ਹੈ, ਉਸ ਤੋਂ ਬਾਅਦ ਉਹ ਕੁਛ ਬੰਦਿਆਂ ਨੂੰ ਟੱਕਰ ਮਾਰ ਦਿੰਦੀ ਆ, ਉਸ ਤੋਂ ਬਾਅਦ ਫਿਰ ਹਮਲਾ ਹੁੰਦਾ। ਤਾਂ ਰੋਕਣਾ ਚਾਹੀਦਾ ਦੇਸ਼ ਦੇ ਹੋਮ ਮਿਨਿਸਟਰ ਨੂੰ। ਆ ਜਿਹੜੇ ਬਿਆਨ ਉਹ ਦਿੰਦੇ ਆ ਟੁਕੜੇ ਟੁਕੜੇ ਗੈਂਗ ਤੇ ਫਲਾਣਾ ਗੈਂਗ, ਇਹ ਸਾਰੀਆਂ ਚੀਜ਼ਾਂ ਛੱਡ ਕੇ ਇੱਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਦ ਕੀਤੀ GK ਦੀ ਮੈਂਬਰਸ਼ਿਪ। ਇਹਨਾਂ ਦਾ ਰੌਲਾ ਉਹੀ ਚੱਲਦਾ ਪਿਆ, ਮਨਜਿੰਦਰ ਸਿੰਘ ਸਰਸਾ ਬਨਾਮ ਮਨਜੀਤ ਸਿੰਘ GK। ਹੁਣ ਤਾਂ ਮਨਜੀਤ ਸਿੰਘ GK ਤੁਹਾਨੂੰ ਪਤਾ ਹੀ ਹੈ ਕਿ ਕਿਹੜੇ ਪਾਲੇ 'ਚ ਖਲੋਤਾ, ਉਹਨੇ ਰੱਜ ਕੇ ਇਹਨਾਂ ਦੀ ਮੁਖਾਲਫਤ ਕੀਤੀ ਆ। ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਖੁਦ ਸਟੈਂਡ ਕਰ ਰਿਹਾ, ਇੱਥੋਂ ਤੱਕ ਉਹਨੇ ਕਹਿ ਦਿੱਤਾ ਕਿ ਮੈਂ ਤੇ CA ਦੇ ਹੱਕ ਦੇ ਵਿੱਚ ਖਲੋਤਾ ਵਾਂ। ਤਾਂ ਮਿੰਟੂ ਜੀ ਬਣਾ ਰਹੇ ਆ, ਢੀਂਡਸਾ ਦੇ ਨਾਲ ਵੀ ਨਜ਼ਦੀਕੀਆਂ ਉਹਨਾਂ ਦੀਆਂ ਵੱਧ ਰਹੀਆਂ ਨੇ, ਸਰਨਾ ਗਰੁੱਪ ਨਾਲ ਵੀ ਵੱਧ ਰਹੀਆਂ, ਗਤੀਵਿਧੀਆਂ ਵੀ ਵੱਧ ਰਹੀਆਂ, ਯਾਨੀ ਖੁੱਲੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਖਲੋਤੇ ਆ। ਹੁਣ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਇਸ ਵੇਲੇ ਜੇ ਕਹੀਏ ਕਿ ਜਿਹੜਾ ਪੱਖ ਹੈ ਮਨਜਿੰਦਰ ਸਿੰਘ ਸਿਰਸਾ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹ ਇਹੋ ਹੀ ਆ ਕਿ ਮਨਜੀਤ ਸਿੰਘ GK ਜਿਸ ਤਰੀਕੇ ਨਾਲ ਅੱਗੇ ਵੱਧਦਾ ਪਿਆ, ਉਹ ਉਹਨੂੰ ਖਤਮ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿੱਦਾਂ ਇੱਕ ਉੱਥੇ ਤੁਹਾਨੂੰ ਪਤਾ ਸਿਆਸਤ ਚੱਲਦੀ ਹੈ ਸਿੱਖਾਂ ਦੀ ਦਿੱਲੀ ਦੇ ਵਿੱਚ, ਤਾਂ ਉਹ ਇੱਕ ਬਹੁਤ ਵੱਡਾ ਚਿਹਰਾ ਹੈ ਮਨਜੀਤ ਸਿੰਘ GK।
ਤਾਂ ਉਹਦੇ ਕਿਤੇ ਨਾ ਕਿਤੇ ਉਸ ਚਿਹਰੇ ਨੂੰ, ਕਿ ਇਸ ਚਿਹਰੇ ਤੇ ਕੋਈ ਹੋਰ ਲਾਲੀ ਨਾ ਆ ਜਾਵੇ, ਇਸ ਚਿਹਰੇ ਤੇ ਇੰਨੇ ਦਾਗ ਕਰ ਦਿੱਤੇ ਜਾਣ ਕਿ ਲੋਕ ਜਿਹੜੇ ਆ ਉਹ ਇਹਦੇ ਪਿੱਛੇ ਲੱਗਣੋਂ ਹਟ ਜਾਣ। ਸੋ ਗੱਲ ਇਹ ਚੱਲਦੀ ਪਈ। ਵੈਸੇ ਮਨਜੀਤ ਸਿੰਘ ਜੀਕੇ ਉਹ ਮਨਜੀਤ ਸਿੰਘ ਜੀਕੇ ਆ ਜਿਹੜਾ ਅੱਜ ਡੇਰੇ ਨੂੰ ਦਿੱਤੀ ਮਾਫੀ ਦਾ ਸਵਾਲ ਚੁੱਕਦਾ, ਪਰ ਇਹ ਮਨਜੀਤ ਸਿੰਘ ਜੀਕੇ ਉਹੀ ਆ ਜਿਹੜਾ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਦੇ ਉਸ ਫੈਸਲੇ ਤੇ ਆ ਕੇ ਪ੍ਰੋੜਤਾ ਲਈ ਵਫਦ ਲੈ ਕੇ ਖਲੋ ਗਿਆ ਸੀਗਾ, ਜਿਸ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਨੂੰ ਬਲਦੀ ਦੇ ਬੂਥੇ ਪਾ ਦਿੱਤਾ ਸੀਗਾ। ਤਾਂ ਇਹ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਉਸ ਫੈਸਲੇ ਦੀ ਪ੍ਰੋੜਤਾ ਕਰਦਾ ਰਿਹਾ ਮਨਜੀਤ ਸਿੰਘ ਜੀਕੇ ਔਨ ਰਿਕਾਰਡ ਗੱਲਾਂ ਨੇ। ਤਾਂ ਹੁਣ ਬਾਅਦ ਚ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਰਾਜਨੀਤਿਕ ਕਰਵਟ ਜਿਹੜੀ ਆ ਉਹ ਦੂਸਰੀ ਪਾਸੇ ਗਈ ਆ। ਹੁਣ ਦੋਸ਼ ਉਹਦੇ ਤੇ ਵੀ ਲੱਗਦੇ ਆ, ਯਾਨੀ ਮਨਜੀਤ ਸਿੰਘ ਜੀਕੇ ਤੇ ਵੀ, ਸਿਰਸੇ ਤੇ ਵੀ ਲੱਗਦੇ ਆ। ਉਹ ਉਹਦੇ ਤੇ ਲਾਉਂਦਾ, ਉਹ ਉਹਦੇ ਤੇ ਲਾਉਂਦਾ ਕਿ ਇਹ ਖਾ ਗਿਆ, ਉਹ ਖਾ ਗਿਆ, ਸਰਨਾ ਦੋਹਾਂ ਤੇ ਲਾਈ ਜਾਂਦਾ। ਇਹ ਦੋਵੇਂ ਰਲ ਕੇ ਕਈ ਵਾਰ ਸਰਨੇ ਤੇ ਵੀ ਲਾਉਂਦੇ ਰਹੇ ਆ। ਸੋ ਇਹ ਉੱਥੇ ਕਾਲਾ ਮਾਲਾ ਜਿਹਾ ਚੱਲੀ ਜਾਂਦਾ। ਅਦਾਲਤਾਂ ਤੱਕ ਕੇਸ ਪਹੁੰਚੇ ਪਏ ਆ। ਤਾਂ ਬਹਰਹਾਲ ਹੁਣ ਹੋ ਕੀ ਗਿਆ ਕਿ ਇਹਦੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਆ। ਰੱਦ ਕਰ ਦਿੱਤੀ ਮੈਂਬਰਸ਼ਿਪ ਇਹਨਾਂ ਨੇ। ਪਰ ਉਸ ਤੋਂ ਬਾਅਦ ਫਿਰ ਮਨਜੀਤ ਸਿੰਘ ਜੀਕੇ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਇਹਨੇ ਵੀ ਕਾਫੀ ਪਲੰਦੇ ਉੱਥੇ ਖੋਲ ਦਿੱਤੇ ਘੁਟਾਲਿਆਂ ਦੇ, ਘਪਲਿਆਂ ਦੇ। ਚਲੋ ਉਹ ਤੇ ਕੋਈ ਨਵੀਂ ਗੱਲ ਨਹੀਂ ਹੈ, ਚੱਲਦਾ। ਤਾਂ ਹੁਣ ਇੱਕ ਬਹੁਤ ਵੱਡਾ ਸਵਾਲ ਰਹੇਗਾ ਕਿ ਜਿਸ ਤਰੀਕੇ ਨਾਲ ਆਡਿਟ ਕਮੇਟੀ ਦੇ ਸਾਹਮਣੇ ਮਨਜੀਤ ਸਿੰਘ ਜੀਕੇ ਪੇਸ਼ ਨਹੀਂ ਹੋਏ ਸੱਦਣ ਤੇ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਸੀਗਾ, ਵੈਸੇ ਤਕਰੀਬਨ ਕਲੀਅਰ ਕਰ ਹੀ ਦਿੱਤਾ ਸੀਗਾ ਕਿ 14-15 ਤੱਕ ਅਸੀਂ ਇਹਦੀ ਮੈਂਬਰਸ਼ਿਪ ਰੱਦ ਕਰ ਦੇਵਾਂਗੇ। ਤਾਂ ਉਹ ਕਰ ਦਿੱਤੀ ਆ। ਹੁਣ ਰੌਲਾ ਇਹ ਆ ਕਿ ਦੋਸ਼ ਨੇ, ਹਾਲੇ ਮਨਜੀਤ ਸਿੰਘ ਜੀਕੇ ਨੂੰ ਕਿਤੋਂ ਸਜ਼ਾ ਨਹੀਂ ਹੋਈ। ਜੋ ਇਹ ਦੋਸ਼ ਲਾਉਂਦੇ ਆ ਕਿ ਘੁਟਾਲੇ ਹੋਏ ਆ, ਘਪਲੇ ਹੋਏ ਆ, ਉਹ ਇੱਕ ਸਿਰਫ ਦੋਸ਼ ਮਾਤਰ ਤੇ ਕੀ ਆ। ਤਾਂ ਤੁਸੀਂ ਇੱਕ ਚੀਜ਼ ਜਿਹੜੀ ਵੇਖੋਗੇ ਉਹ ਬੜੀ ਅਜੀਬੋ-ਗਰੀਬ ਜੀ ਆ ਕਿ ਇਹਨਾਂ ਨੇ ਮੈਂਬਰਸ਼ਿਪ ਤੇ ਰੱਦ ਕਰ ਦਿੱਤੀ ਆ। ਤੇ ਜੇ ਮੰਨ ਲਓ ਕੱਲ ਨੂੰ ਅਦਾਲਤਾਂ ਦੇ ਵਿੱਚ ਜਾ ਕੇ ਉਹ ਦੋਸ਼ ਡਿੱਗ ਪੈਂਦੇ ਆ, ਪਹਿਲੀ ਗੱਲ ਤਾਂ ਇਹ ਚੈਲੰਜ ਕੀਤਾ ਜਾ ਸਕਦਾ ਜਿਸ ਤਰੀਕੇ ਨਾਲ ਮੈਂਬਰਸ਼ਿਪ ਰੱਦ ਕੀਤੀ ਗਈ ਆ। ਤੇ ਜੇ ਮੰਨ ਲਓ ਉੱਥੇ ਜਾ ਕੇ ਅਦਾਲਤ ਦੇ ਵਿੱਚ ਮਨਜੀਤ ਸਿੰਘ ਜੀਕੇ ਤੇ ਕੋਈ ਦੋਸ਼ ਸਿੱਧ ਨਹੀਂ ਹੁੰਦਾ, ਤਾਂ ਫਿਰ ਕਿਹੋ ਜਿਹੀ ਸਥਿਤੀ ਹੋਏਗੀ ਤੁਸੀਂ ਆਪ ਦੇਖ ਲਓ। ਸੋ ਇਹਨਾਂ ਦਾ ਉੱਥੇ ਜਿਹੜਾ ਸਿਆਸੀ ਬਖੇੜਾ ਉਹ ਕਾਫੀ ਜ਼ਿਆਦਾ ਵੱਧ ਗਿਆ। ਔਰ ਵੈਸੇ ਮੈਂ ਕਹਾਂ ਕਿ ਅੱਗੇ ਇਹਨਾਂ ਨੂੰ ਇੱਕ ਸਰਸੇ ਵਾਲਾ ਲੈ ਡੁੱਬਾ ਸੀ, ਅਕਾਲੀ ਦਲ ਬਾਦਲ ਨੂੰ ਬਹੁਤ ਨੁਕਸਾਨ ਕੀਤਾ ਸੀ। ਆਹ ਹੁਣ ਜਿਹੜਾ ਦੂਸਰਾ ਮਨਜਿੰਦਰ ਸਿੰਘ ਸਿਰਸਾ ਜਿਹੜਾ ਦੂਸਰਾ ਸਰਸੇ ਵਾਲਾ ਹੈ ਨਾ, ਇਹ ਦਿੱਲੀ ਦੇ ਵਿੱਚ ਇਹਨਾਂ ਦਾ ਬਹੁਤ ਨੁਕਸਾਨ ਕਰ ਰਿਹਾ। ਤਾਂ ਦਿੱਲੀ 'ਚ ਤੁਸੀਂ ਵੈਸੇ ਵੀ ਵੇਖਿਆ ਕਿ ਅਕਾਲੀ ਦਲ ਬਾਦਲ ਦੀ ਕਿਸ ਤਰ੍ਹਾਂ ਦੀ ਉੱਥੇ ਹਾਲਤ ਹੋ ਗਈ ਸੀ ਇਲੈਕਸ਼ਨ ਤੋਂ ਪਹਿਲਾਂ। ਤਾਂ ਜਿਸ ਤਰੀਕੇ ਨਾਲ ਉੱਥੇ ਚੱਲਦੇ ਪਏ, ਮੈਂ ਨਹੀਂ ਕਹੂੰਗਾ ਕਿ ਫਲਾਣਾ ਬਹੁਤ ਸਾਫ਼ ਆ, ਫਲਾਣਾ ਬਹੁਤ ਪਾਕ ਆ, ਜਾਂ ਫਲਾਣਾ ਬਹੁਤ ਦਾਗੀ ਆ, ਪਰ ਜਿਸ ਤਰ੍ਹਾਂ ਓਵਰਆਲ ਚੱਲਦੇ ਪਏ ਆ, ਜਿਸ ਤਰੀਕੇ ਨਾਲ ਇਹ ਜਲੂਸ ਕੱਢ ਰਹੇ ਇੱਕ ਦੂਜੇ ਦਾ, ਤਾਂ ਮੇਰੇ ਖਿਆਲ ਦੇ ਨਾਲ ਉਹ ਨਾ ਸਿਰਫ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਨੁਕਸਾਨਦਾਇਕ ਆ, ਬਲਕਿ ਜੋ ਸਿੱਖਾਂ ਦਾ ਵਜੂਦ ਆ, ਕਿਉਂਕਿ ਅੱਜ ਉੱਥੇ ਦੇਖੋਗੇ ਸਿਆਸੀ ਤੌਰ ਤੇ ਨਹੀਂ, ਸਮਾਜੀ ਤੌਰ ਤੇ ਵੀ ਸਿੱਖ ਜਿਹੜੇ ਆ ਉਹ ਇੱਕ ਪ੍ਰਭਾਵ ਰੱਖਦੇ ਆ। ਪਰ ਇਹਦਾ ਇੰਪੈਕਟ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਸ ਪ੍ਰਭਾਵ ਤੇ ਪੈ ਰਿਹਾ ਜਿਹੜਾ ਇੱਕ ਦੂਜੇ ਦਾ ਜਲੂਸ ਕੱਢਣ ਡਏ ਆ ਉੱਥੇ। ਜੀ ਜੀ ਜੀ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰੀਏ ਤਾਂ ਕਹਿੰਦੇ ਮਿੱਤਲ ਨੇ ਕੀਤਾ ਹੁਣ ਇੱਕ ਖੁਲਾਸਾ, ਕਹਿੰਦੇ ਦੱਸਿਆ ਉਹਨੇ ਨਵਜੋਤ ਸਿੱਧੂ ਨੇ ਕਿਉਂ ਛੱਡੀ ਸੀ ਭਾਜਪਾ। ਦੇਖੋ ਇਹ ਜਿਹੜੇ ਹੈਗੇ ਆ ਨਾ ਆਗੂ ਮਦਨ ਮੋਹਨ ਮਿੱਤਲ, ਇਹ ਮੰਤਰੀ ਵੀ ਰਹੇ ਆ ਪਿਛਲੀ ਸਰਕਾਰ 'ਚ, ਬਜ਼ੁਰਗ ਆਗੂ ਆ ਭਾਰਤੀ ਜਨਤਾ ਪਾਰਟੀ ਦੇ। ਇਹਨਾਂ ਨੇ ਹੁਣ ਆਪਣੇ ਆਪ ਨੂੰ ਵਾਹਵਾ ਸੀਮਤ ਕਰ ਰੱਖਿਆ, ਬਹੁਤਾ ਨਹੀਂ ਵਿਚਰਦੇ ਜੀ। ਤੇ ਦੂਜੀ ਚੀਜ਼ ਇਹ ਆ ਕਿ ਜਦੋਂ ਵੀ ਬੋਲਦੇ ਆ ਐਸਾ ਨਹੀਂ ਵਾਹਿਯਾਤ ਨਹੀਂ ਬੋਲਦੇ, ਬੜੀ ਕੰਮ ਦੀ ਗੱਲ ਕਰਦੇ ਆ, ਇਸ ਕਰਕੇ ਇਹਨਾਂ ਦੀ ਗੱਲ ਸੁਣੀ ਜਾਂਦੀ ਕਿਉਂਕਿ ਬਜ਼ੁਰਗ ਆਗੂ ਵੈਟਰਨ ਆਗੂ ਆ। ਤਾਂ ਇਹਨਾਂ ਨੇ ਹੁਣ ਗਿਆ ਕਿ ਦੇਖੋ ਜਿਹੜਾ ਨਵਜੋਤ ਸਿੰਘ ਸਿੱਧੂ ਸੀਗਾ ਉਹ ਮੁੱਖ ਮੰਤਰੀ ਬਣਨ ਦੀ ਲੋਚਾ ਰੱਖਦਾ ਸੀਗਾ, ਇਸ ਕਰਕੇ ਉਹਨਾਂ ਦਾ ਝੁਕਾਅ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਵੱਲ ਹੋਇਆ ਤੇ ਉੱਥੇ ਜਦੋਂ ਗੱਲ ਨਹੀਂ ਬਣੀ ਫਿਰ ਕਾਂਗਰਸ 'ਚ ਸ਼ਾਮਲ ਹੋ ਗਏ। ਤੇ ਦੂਜੀ ਗੱਲ ਉਹ ਕਹਿੰਦੇ ਆ ਕਿ ਦੇਖੋ ਭਾਜਪਾ ਹਾਈ ਕਮਾਂਡ ਦੇ ਕੋਲ ਕਦੇ ਵੀ ਨਵਜੋਤ ਸਿੰਘ ਸਿੱਧੂ ਨੇ ਇਹੋ ਜਿਹੀ ਮੰਗ ਜਿਹੜੀ ਆ ਉਹ ਨਹੀਂ ਰੱਖੀ, ਪਰ ਉਹ ਆਮ ਆਦਮੀ ਪਾਰਟੀ ਵੱਲ ਇਸੇ ਝਾਕ 'ਚ ਗਏ ਹੀਗੇ, ਉੱਥੇ ਗੱਲ ਨਹੀਂ ਬਣੀ ਤਾਂ ਇਹ ਫਿਰ ਕਾਂਗਰਸ ਬੰਨੀ ਚਲੇ ਗਏ ਆ। ਤੇ ਦੂਜੀ ਗੱਲ ਉਹਨਾਂ ਨੇ ਆਖੀ ਆ ਕਿ ਅਰੁਣ ਜੇਟਲੀ ਲੈ ਕੇ ਆਏ ਸਨ ਨਵਜੋਤ ਸਿੰਘ ਸਿੱਧੂ ਨੂੰ, ਪਰ ਜਦੋਂ ਨਵਜੋਤ ਸਿੰਘ ਸਿੱਧੂ ਦੀ ਜੇਟਲੀ ਨੂੰ ਸਭ ਤੋਂ ਜ਼ਿਆਦਾ ਲੋੜ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਉਹਦਾ ਸਾਥ ਛੱਡ ਦਿੱਤਾ। ਤਾਂ ਇਹ ਖੁਲਾਸੇ ਹੈ। ਤਾਂ ਆਪਣੇ ਆਪ ਦੇ ਵਿੱਚ ਵੈਸੇ ਇਹ ਕੋਈ ਨਵੇਂ ਖੁਲਾਸੇ ਨਹੀਂ ਹੈਗੇ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਲੋਕ ਤਕਰੀਬਨ ਜਾਣਦੇ, ਖਾਸ ਤੌਰ ਤੇ ਮਾਝੇ ਵਾਲੇ। ਹੁਣ ਦੂਜੀ ਗੱਲ ਇਹ ਆ ਕਿ ਚਾਹਨਾ ਕਿਹਨੂੰ ਨਹੀਂ ਹੁੰਦੀ। ਇੱਕ ਬੜੀ ਸਿੰਪਲ ਜੀ ਗੱਲ ਹੈ, ਬੜੀ ਸਾਦੀ ਜੀ ਗੱਲ ਆ ਕਿ ਰਾਜਨੀਤੀ ਦੇ ਵਿੱਚ ਜੇ ਕੋਈ ਪੈਰ ਧਰਦਾ ਹੈ
ਤਾਂ ਫਿਰ ਉੱਥੇ ਲਾਲਚ, ਲੋਭ, ਆਕਾਂक्षाਵਾਂ ਕਿਹਦੀਆਂ ਨਹੀਂ ਹੁੰਦੀਆਂ, ਹਰੇਕ ਦੀਆਂ ਨੇ। ਤਾਂ ਨਵਜੋਤ ਸਿੰਘ ਸਿੱਧੂ ਦੀ ਆਕਾਂक्षा ਉਸ ਵੇਲੇ ਕੀ ਰਹੀ ਆ ਮੈਂ ਕੁਝ ਨਹੀਂ ਕਹਿ ਸਕਦਾ, ਪਰ ਅੱਜ ਜੇ ਨਵਜੋਤ ਸਿੰਘ ਸਿੱਧੂ ਦੀ ਆਕਾਂक्षा ਮੁੱਖ ਮੰਤਰੀ ਬਣਦੀ ਹੈ ਤਾਂ ਉਹਦੇ ਅਸਾਰ ਵੀ ਨੇ, ਉਹਦੇ ਅਸਾਰ ਵੀ ਹੈਗੇ ਆ। ਤਾਂ ਨਵਜੋਤ ਸਿੰਘ ਸਿੱਧੂ ਠੀਕ ਆ, ਅਤੀਤ ਦੇ ਵਿੱਚ ਕੀ ਕਰਦਾ ਰਿਹਾ ਉਹਦਾ ਕੁਝ ਨਹੀਂ ਕਿਹਾ ਜਾ ਸਕਦਾ, ਪਰ ਅੱਜ ਦੀ ਤਰੀਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹ ਬੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬ ਦੀ ਰਾਜਨੀਤੀ 'ਚ ਮਹਿੰਗਾ ਘੋੜਾ ਸਾਬਤ ਹੋ ਰਿਹਾ। ਤੇ ਲੋਕ ਤੇ ਔਰ ਖਾਸ ਤੌਰ ਤੇ ਸਿਆਸੀ ਵਿਸ਼ਲੇਸ਼ਕ ਵੀ ਇਹੋ ਗੱਲ ਆਖਣ ਰਹੇ ਆ ਕਿ ਜਿਵੇਂ ਉਹ ਗਾਣਾ ਸੀਗਾ ਨਾ, ਜਿਹੜੇ ਘਰ ਜਾਏਗੀ ਨਹੀਂ ਭਾਗ ਲੱਗ ਜਾਣਗੇ। ਤਾਂ ਨਵਜੋਤ ਸਿੰਘ ਸਿੱਧੂ ਜਿੱਧਰ ਵੀ ਜਾਊਗਾ, ਜਿੱਥੇ ਵੀ ਖੜੂਗਾ, ਉਸ ਪਾਰਟੀ ਦੀ ਸਰਕਾਰ ਬਣਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਤਾਂ ਹੁਣ ਅਤੀਤ ਦੇ ਵਿੱਚ ਤੇ ਜੋ ਹੋਇਆ ਸੋ ਹੋਇਆ, ਪਰ ਭਵਿੱਖ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੀ ਕਰੂਗਾ ਉਹ ਵੇਖਣਾ ਦਿਲਚਸਪ ਹੋਊਗਾ। ਉਸ ਤਰ੍ਹਾਂ ਦੱਸਦੇ ਆ ਕਿ ਨਵਜੋਤ ਸਿੰਘ ਸਿੱਧੂ ਬਾਰੇ ਜੋ ਚਰਚਾ ਚੱਲਦੀ ਪਈ ਸੀਗੀ ਕਿ ਦੇਖੋ ਜੀ ਉਹ ਆਮ ਆਦਮੀ ਪਾਰਟੀ 'ਚ ਜਾ ਸਕਦੇ, ਫਲਾਂ ਟਮਕਾ, ਉਹਦੇ ਤੇ ਹਾਲ ਦੀ ਘੜੀ ਵੈਸੇ ਕੋਈ ਗੱਲ ਨਹੀਂ ਬਣੀ। ਹਾਂ, ਵਿੱਚੋਂ ਜੇ ਖਬਰਾਂ ਨਿਕਲੀਆਂ ਨੇ ਕਿ ਇਹਨਾਂ ਦੀ ਗੱਲਬਾਤ ਚੱਲਦੀ ਪਈ ਆ, ਭਾਰਤੀ ਜਨਤਾ ਪਾਰਟੀ ਨਾਲ ਵੀ ਚੱਲਦੀ ਪਈ ਹੈ, ਕੋਈ ਦਾਅਵਾ ਕਰਦਾ ਪਿਆ ਕਿ ਆਮ ਆਦਮੀ ਪਾਰਟੀ 'ਚ ਵੀ ਚਲੇ ਜਾਏਗਾ, ਪਰ ਜੋ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਆ ਉਹ ਹਾਲ ਦੀ ਘੜੀ ਬਰਕਰਾਰ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਖਪਾਲ ਖਹਿਰਾ ਦੀ ਵਾਪਸੀ ਦੇ ਉੱਤੇ ਮਾਨ ਦਾ ਵੱਡਾ ਬਿਆਨ। ਦੇਖੋ ਭਗਵੰਤ ਸਿੰਘ ਮਾਨ ਹੁਣ ਬਿਆਨ ਦੇਣਗੇ ਕਿਉਂਕਿ ਕਾਫੀ ਜ਼ਿਆਦਾ ਵੱਧ ਗਈ ਹੋਏਗੀ ਨਾ ਸਰਗਰਮੀ ਹੁਣ। ਵੈਸੇ ਖਬਰ ਇਹ ਵੀ ਆਈ ਸੀਗੀ ਕਿ ਅਰਵਿੰਦ ਕੇਜਰੀਵਾਲ ਫਰਵਰੀ ਦੇ ਵਿੱਚ ਇੱਥੇ ਆ ਸਕਦੇ ਔਰ ਬਠਿੰਡੇ ਤੋਂ ਉਹ ਕਰ ਸਕਦੇ ਆ ਵਿਜ਼ਿਟ ਆਪਣਾ ਸ਼ੁਰੂ ਪੰਜਾਬ ਦੇ ਵਿੱਚ, ਸੰਗਰੂਰ ਤੱਕ ਕੱਢ ਸਕਦੇ ਆ ਉਹ ਇੱਕ ਯਾਤਰਾ। ਪਰ ਉਸ ਤੋਂ ਬਾਅਦ ਇਸ ਚੀਜ਼ ਨੂੰ ਇਹਨਾਂ ਨੇ ਖੰਡਿਤ ਕਰ ਦਿੱਤਾ, ਉਹਦਾ ਖੰਡਨ ਕਰ ਦਿੱਤਾ, ਕਹਿੰਦੇ ਕਿ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਵੀ ਸਾਡੀ ਪਲੈਨਿੰਗ ਨਹੀਂ ਹੈਗੀ। ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਹਾਲ ਦੀ ਘੜੀ ਦਿੱਲੀ ਤੇ ਹੀ ਕੇਂਦਰਿਤ ਰਹਿਣਗੇ। ਪਰ ਹੁਣ ਜਿਹੜੀਆਂ ਇੱਕ ਸੰਭਾਵਨਾਵਾਂ ਬਣਦੀਆਂ, ਜਿਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਕਿ ਜਿਵੇਂ ਹੀ ਦਿੱਲੀ ਦੇ ਵਿੱਚ ਸਰਕਾਰ ਬਣੀ, ਪੰਜਾਬ ਦੇ ਵਿੱਚ ਹਿਲਜੁਲ ਸ਼ੁਰੂ ਹੋਈ। ਸੁਖਪਾਲ ਸਿੰਘ ਖਹਿਰਾ ਦਾ ਬਿਆਨ ਵੀ ਆ ਗਿਆ ਸੀਗਾ, ਸਭ ਨੇ ਸੁਣ ਲਿਆ ਹੋਣਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਸੀਗਾ ਕਿ ਜੇ ਆਮ ਆਦਮੀ ਪਾਰਟੀ ਹੱਥ ਵਧਾਵੇ ਤੇ ਮੈਂ ਸੋਚ ਸਕਦਾ ਵਾਪਸੀ ਵਾਸਤੇ। ਫਿਰ ਕੰਵਰ ਸੰਧੂ ਦਾ ਵੀ ਇੱਕ ਬਿਆਨ ਆਇਆ ਸੀਗਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਲਚਕੀਲਾ ਬਿਆਨ ਸੀਗਾ, ਹਾਲਾਂਕਿ ਉਹਨਾਂ ਨੇ ਆਪਣੀ ਮੰਗ ਨੂੰ ਫੇਰ ਦੁਹਰਾਇਆ, ਪਰ ਉਹਨਾਂ ਨੇ ਵੀ ਲਚਕੀਲਾਪਣ ਦਿਖਾਇਆ ਆਪਣੇ ਬਿਆਨ ਦੇ ਵਿੱਚ। ਤਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕਾਫੀ ਹਵਾ ਦੇ ਗਈਆਂ ਕਿ ਹਾਂ ਇਹਨਾਂ ਦੀ ਵਾਪਸੀ ਹੋ ਸਕਦੀ ਹੈ, ਇੱਕਮਿਕ ਹੋ ਸਕਦੇ ਆ। ਤਾਂ ਜਦੋਂ ਫਿਰ ਇਸ ਤਰ੍ਹਾਂ ਦੇ ਚਰਚੇ ਉੱਠਦੇ ਆ, ਫਿਰ ਸਵਾਲ ਪੱਤਰਕਾਰ ਉਹਨਾਂ ਲੋਕਾਂ ਤੱਕ ਲੈ ਕੇ ਜਾਂਦੇ ਆ ਜਿਨ੍ਹਾਂ ਨੇ ਜਵਾਬ ਦੇਣੇ ਹੁੰਦੇ ਆ। ਤਾਂ ਭਗਵੰਤ ਮਾਨ ਨੇ ਕਿਹਾ ਕਿ ਦੇਖੋ ਜੀ ਮਤਲਬ ਇਹ ਜਿਹੜੇ ਪਾਰਟੀ ਲੈਵਲ ਦੇ ਫੈਸਲੇ, ਮਤਲਬ ਕਿ ਕਿਹਨੂੰ ਲੈਣਾ ਵਾ ਕਿਹਨੂੰ ਕੱਢਣਾ, ਪਾਰਟੀ ਲੈਵਲ ਦੇ ਜਿਹੜੇ ਫੈਸਲੇ ਆ ਉਹ ਵਲੰਟੀਅਰਾਂ ਵੱਲੋਂ ਹੀ ਕੀਤੇ ਜਾਣਗੇ। ਮਤਲਬ ਕਿ ਫੈਸਲਾ ਲਿਆ ਜਾਊਗਾ ਕਿ ਕਿਹਨੂੰ ਵਾਪਸ ਲੈਣਾ ਜਾਂ ਕਿਹਨੂੰ ਨਹੀਂ ਲੈਣਾ। ਤਾਂ ਦੇਖੋ ਵਲੰਟੀਅਰ ਤੇ ਚਾਹੁੰਦੇ ਆ, ਕਿਹੜਾ ਪੰਜਾਬ ਦਾ ਵਲੰਟੀਅਰ ਹੈ ਜਾਂ ਕਿਹੜਾ ਬੰਦਾ ਜਿਹੜਾ ਇਹ ਨਹੀਂ ਚਾਹੁੰਦਾ ਕਿ ਸਿਆਸੀ ਬਦਲਾਅ ਨਾ ਆਵੇ, ਹਰੇਕ ਬੰਦਾ ਚਾਹੁੰਦਾ। ਤਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਤੁਹਾਡੇ ਰੋਸੇ ਗਿਲੇ ਜਿਹੜੇ ਉਹ ਦੂਰ ਹੋਣੇ ਚਾਹੀਦੇ ਆ, ਤੁਹਾਡੇ ਵਿੱਚ ਇੱਛਾ ਸ਼ਕਤੀ ਹੋਣੀ ਚਾਹੀਦੀ ਆ ਕਿ ਨਹੀਂ ਅਸੀਂ ਕੁਰਸੀ ਨੂੰ ਪਹਿਲ ਨਹੀਂ ਦੇਣੀ, ਅਸੀਂ ਇਸ ਵੇਲੇ ਪੰਜਾਬ ਨੂੰ ਪਹਿਲ ਦੇਣੀ ਹੈ ਕਿਉਂਕਿ ਪੰਜਾਬ ਨੂੰ ਜ਼ਰੂਰਤ ਹੈ ਕਿ ਚੰਗੇ ਸਿਆਸੀ ਸੰਗਠਨ ਦੀ। ਤਾਂ ਸਭ ਤੋਂ ਵੱਡੀ ਗੱਲ ਤੇ ਹੈ ਕਿ ਤੁਸੀਂ ਆਪਣੇ ਦਿਲਾਂ ਚੋਂ ਮੈਲ ਕੱਢੋ ਇੱਕ ਥਾਂ ਤੇ, ਇੱਕ ਪਲੇਟਫਾਰਮ ਤੇ। ਮੈਂ ਨਹੀਂ ਸਮਝਦਾ ਕਿ ਕੋਈ ਅਕਾਲੀ ਕਾਂਗਰਸੀ ਦਾ ਸਵਾਲ ਰਹਿ ਜਾਂਦਾ, ਜਿੱਥੋਂ ਮਰਜ਼ੀ ਕੋਈ ਚੰਗਾ ਲੀਡਰ ਇੱਕ ਪਲੇਟਫਾਰਮ ਤੇ ਆ ਕੇ ਇੱਕ ਇਕੱਠ ਬਣਾਉਂਦਾ, ਇੱਕ ਝੁੰਡ ਬਣਾਉਂਦਾ, ਫਿਰ ਉਸ ਤੋਂ ਬਾਅਦ ਚੰਗਾ ਪ੍ਰੋਗਰਾਮ ਲੈ ਕੇ ਪੰਜਾਬ ਦੀ ਬਿਹਤਰੀ ਵਾਸਤੇ ਕਰਦਾ। ਤਾਂ ਮੈਨੂੰ ਨਹੀਂ ਲੱਗਦਾ ਕੋਈ ਵਲੰਟੀਅਰ ਔਰ ਚੰਗਾ ਨਾਗਰਿਕ ਚਾਹੇ ਉਹ ਕਿਸੇ ਵੀ ਪਾਰਟੀ 'ਚ ਬੈਠਾ ਉਹ ਇਸ ਗੱਲ ਦਾ ਵਿਰੋਧ ਕਰੂਗਾ ਕਿ ਨਹੀਂ ਇਸ ਤਰ੍ਹਾਂ ਕਰੋ। ਸਾਰੇ ਹੀ ਚਾਹੁੰਦੇ ਪਏ ਆ, ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ, ਜਿਹੜੇ ਅੱਛੇ ਨਾਗਰਿਕ ਆ ਉਹ ਇਹੀ ਚਾਹੁੰਦੇ ਆ ਕਿ ਪੰਜਾਬ ਜਿਹੜਾ ਲਗਾਤਾਰ ਇਕਨੋਮੀ ਦੇ ਪੱਖ ਤੋਂ ਦੇਖ ਲਓ ਰਸਾਤਲ 'ਚ ਜਾ ਰਿਹਾ, ਜੇ ਆਪਾਂ ਸਮਾਜੀ ਪੱਖ ਤੋਂ ਦੇਖੀਏ ਫਿਰ ਬਹੁਤ ਕ੍ਰਾਈਸਿਸ ਸਾਡੇ ਸਾਹਮਣੇ ਖੜਦੇ ਆ। ਤਾਂ ਉਹਨਾਂ ਦੇ ਨਿਵਾਰਨਾਂ ਵਾਸਤੇ ਲੋਕ ਚਾਹੁੰਦੇ ਆ ਕਿ ਅੱਛਾ ਸਿਆਸੀ ਬਦਲ ਹੈ ਜਿਹੜਾ ਉਹ ਹੋਂਦ ਦੇ ਵਿੱਚ ਆਵੇ। ਜੀ ਜੀ ਜੀ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਅੱਜ ਮਿੰਟੂ ਜੀ ਕਾਲਸ ਵੀ ਜਿਹੜੀਆਂ ਲੈਣਗੇ ਅਤੇ ਕੁਝ ਕੁ ਖਬਰਾਂ ਤੋਂ ਬਾਅਦ ਦੇ ਵਿੱਚ ਬ੍ਰੇਕ ਤੋਂ ਬਾਅਦ 'ਚ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਅਗਲੀ ਖਬਰ 'ਤੇ ਝਾਤ ਮਾਰੀਏ ਤਾਂ ਮਿੰਟੂ ਜੀ ਕਹਿੰਦੇ ਲੌਂਗੋਵਾਲ ਨੇ ਹੁਣ ਹਰਚਰਨ ਸਿੰਘ ਬਾਰੇ ਕੀਤਾ ਹੈ ਖੁਲਾਸਾ।
ਇਹ ਥੋੜੇ ਜਿਹੇ ਲੇਟ ਹੋ ਗਏ। ਮੈਂ ਉਦੋਂ ਦਾ ਸੋਚਣ ਡਿਆ ਸੀਗਾ ਕਿ ਲੌਂਗੋਵਾਲ ਸਾਹਿਬ ਬੋਲੇ ਨਹੀਂ। ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਉਹਦੀ ਰੈਲੀ 'ਚ ਮਸਰੂਫ ਸੀ, ਉਧਰੋਂ ਝੰਡੀ ਨਹੀਂ ਮਿਲੀ ਹੋਣੀ, ਲੇਟ ਆਇਆ ਹੋਣਾ ਟੈਲੀਫੋਨ। ਤਾਂ ਬਹਰਹਾਲ ਖੋਲ ਦਿੱਤਾ ਇਹਨਾਂ ਨੇ ਮੋਰਚਾ। ਹਰਚਰਨ ਸਿੰਘ ਹੋਰਾਂ ਨੇ ਪੁਸਤਕ ਲਿਖੀ ਆ, ਕਿਤਾਬ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਕਾਫੀ ਕੁਛ ਦਰਜ ਕੀਤਾ। ਉਹ ਹਾਲੇ ਪੜ੍ਹੀ ਤੇ ਨਹੀਂ ਹੈ, ਪਰ ਕੁਛ ਅੰਸ਼ ਜਿਹੜੇ ਆਏ ਸੀਗੇ ਮੀਡੀਆ ਦੇ ਵਿੱਚ ਉਹ ਉਦੋਂ ਆਪਾਂ ਸਾਂਝੇ ਵੀ ਕੀਤੇ ਸੀਗੇ ਸਰੋਤਿਆਂ ਦੇ ਨਾਲ। ਤਾਂ ਬਹਰਹਾਲ ਇਹਨਾਂ ਨੇ ਹੁਣ ਜਵਾਬੀ ਹਮਲਾ ਕੀਤਾ। ਉਹ ਕਹਿੰਦੇ ਆ ਕਿ ਜਿਹੜੀ ਮਾਫੀ ਦੀ ਗੱਲ ਕਰਦੇ ਹਰਚਰਨ ਸਿੰਘ ਜੀ, ਅਸਲ ਦੇ ਵਿੱਚ ਕਾਰਜਕਾਰਨੀ ਦੇ ਫੈਸਲੇ ਦਾ ਜਿਹੜਾ ਵੀ ਮਤਲਬ ਕਿ ਫੈਸਲੇ ਹੁੰਦੇ ਆ, ਤਾਂ ਕਾਰਜਕਾਰਨੀ ਦਾ ਜਿਹੜਾ ਵੀ ਫੈਸਲਾ ਹੁੰਦਾ ਉਹ ਇਹਨਾਂ ਦੇ ਉਸ ਸਮੇਂ ਦਸਤਖਤ ਹੋਣ ਤੋਂ ਬਾਅਦ ਹੀ ਪਾਸ ਹੁੰਦਾ ਸੀ। ਤਾਂ ਕਹਿਣ ਦਾ ਭਾਵ ਇਹ ਆ ਕਿ ਡੇਰੇ ਵਾਲੇ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਹਦੇ ਵਿੱਚ ਹਰਚਰਨ ਸਿੰਘ ਵੀ ਸ਼ਾਮਲ ਸਨ, ਮਤਲਬ ਕਿ ਇਹਨਾਂ ਦੇ ਵੀ ਦਸਤਖਤ ਸੀਗੇ। ਫਿਰ ਦੂਜਾ ਵੱਡਾ ਜਵਾਬ ਇਹ ਦਿੱਤਾ ਗਿਆ ਕਿ 23 ਮਹੀਨਿਆਂ 'ਚ 84 ਲੱਖ ਰੁਪਈਆ ਜਿਹੜਾ ਉਹ ਹਰਚਰਨ ਸਿੰਘ ਜੀ ਲੈ ਗਏ ਆ ਸੇਵਾ ਦਾ, ਮਤਲਬ ਕਿ ਉਹ ਲੈ ਗਏ ਤਨਖਾਹਾਂ ਭੱਤੇ ਵਗੈਰਾ। ਫਿਰ ਉਹ ਕਹਿੰਦੇ ਆ ਕਿ ਇਹ ਗੱਡੀਆਂ ਵੀ ਜਿਹੜੀਆਂ ਉਹ ਆਪ ਹੀ ਖਰੀਦਦੇ ਰਹੇ ਆ। ਦੂਜੀ ਚੀਜ਼ ਇਹ ਆ ਕਿ ਇਹਨਾਂ ਤੇ ਜਿਹੜਾ ਕੇਸ ਚੱਲਿਆ, ਮਤਲਬ ਕਿ ਇਹਨਾਂ ਤੇ ਕੇਸ ਉਹ ਏਦਾਂ ਸੀਗਾ ਕਿ ਨਿਯੁਕਤੀ ਨੂੰ ਲੈ ਕੇ ਇੱਕ ਕੇਸ ਕਰ ਦਿੱਤਾ ਗਿਆ ਸੀਗਾ। ਤਾਂ 2.5 ਲੱਖ ਰੁਪਏ ਦੀ ਵਕੀਲ ਦੀ ਫੀਸ ਜਿਹੜੀ ਆ ਕਹਿੰਦੇ ਆ ਕਿ ਉਹ ਵੀ ਇਹਨਾਂ ਨੇ ਨਿੱਜੀ ਖਾਤੇ 'ਚ ਟ੍ਰਾਂਸਫਰ ਕਰਵਾਈ। ਫਿਰ ਇਸ ਤੋਂ ਇਲਾਵਾ ਇਹ ਕਹਿੰਦੇ ਆ ਕਿ 2008-9 ਦੇ ਵਿੱਚ SGPC ਦਾ ਜਦੋਂ ਸਾਰਾ ਕੰਮ ਕੰਪਿਊਟਰਾਈਜ਼ਡ ਹੋ ਰਿਹਾ ਸੀਗਾ ਤਾਂ ਉਸ ਸਮੇਂ 28,98,700 ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਇਹਨਾਂ ਨੇ ਆਪਣੀ ਡੀਲਾਈਟ ਕੰਪਨੀ ਦੇ ਵਿੱਚ ਪਾਈ ਸੀ, ਮਤਲਬ ਕਿ ਵਸੂਲ ਕੀਤੀ ਸੀ। ਉਹ 2008-9 ਦਾ ਪਤਾ ਨਹੀਂ ਮੈਨੂੰ, ਹੁਣ ਹੋ ਸਕਦਾ ਕਿਤੇ ਮੀਡੀਆ ਦੀ ਕੋਈ ਆ ਗਈ ਹੋਵੇ, ਕੋਈ ਲਿਖਣ ਦੇ ਵਿੱਚ ਪ੍ਰਿੰਟਿੰਗ ਦੇ ਵਿੱਚ ਕੋਈ ਐਰਰ ਹੈ ਜਾਂ ਇਹਨਾਂ ਦਾ ਕੋਈ ਚੱਕਰ ਹੈ। ਤਾਂ ਮੈਨੂੰ ਸਮਝ ਤੋਂ ਪਰੇ ਦੀ ਗੱਲ ਹੈ ਕਿ 8-9 ਦੇ ਵਿੱਚ ਤਾਂ ਹਰਚਰਨ ਸਿੰਘ ਨਹੀਂ ਸੀਗੇ SGPC ਦੇ ਸੈਕਟਰੀ। ਖੈਰ ਜੋ ਵੀ ਹੈ, ਤਾਂ ਇਹਨਾਂ ਨੇ ਹੁਣ ਜਵਾਬੀ ਹਮਲੇ ਕੀਤੇ ਆ। ਤਾਂ ਹਰਚਰਨ ਸਿੰਘ ਹੋਰੀ ਇਹਦਾ ਕੀ ਜਵਾਬ ਦਿੰਦੇ ਆ ਕੀ ਨਹੀਂ ਜਵਾਬ ਦਿੰਦੇ ਮੈਨੂੰ ਨਹੀਂ ਪਤਾ, ਪਰ ਗੱਲ ਇਹ ਆ ਕਿ ਤੁਸੀਂ ਆਪ ਦੇਖੋ ਕਿ ਜਦੋਂ ਵੀ ਕੋਈ ਬੰਦਾ ਇਹਨਾਂ ਦੇ ਖਿਲਾਫ ਬੋਲਦਾ, ਚਾਹੇ ਮੰਨਾ ਹੋਵੇ ਚਾਹੇ ਹਰਚਰਨ ਸਿੰਘ, ਇਹ ਦੁਬਾਰਾ ਉਹਨੂੰ ਕਾਊਂਟਰ ਕਰਦੇ ਆ। ਇੱਥੋਂ ਤੱਕ ਧਮਕੀਆਂ ਦੇ ਦਿੰਦੇ ਆ ਕਿ ਮਾਣਹਾਨੀ ਦਾ ਕੇਸ ਕਰ ਦਿਆਂਗੇ। ਹਰਚਰਨ ਸਿੰਘ ਤੇ ਤਾਂ ਇਹਨਾਂ ਨੇ ਕੀਤਾ ਨਹੀਂ ਹਾਲ ਦੀ ਘੜੀ, ਨਾ ਹੀ ਕੋਈ ਐਲਾਨ ਕੀਤਾ। ਦੂਜੀ ਗੱਲ ਇਹ ਆ ਕਿ ਚਲੋ ਜੇ ਹੁਣ ਤੁਹਾਨੂੰ ਪਤਾ ਲੱਗਿਆ ਕਿ ਦੁਰਵਰਤੋਂ ਹੋਈ ਹੈ, ਕਵਰਤੋਂ ਹੋਈ ਆ, ਤਾਂ ਤੁਸੀਂ ਉਹਨਾਂ ਚੀਜ਼ਾਂ ਦੇ ਇੱਕ ਤੇ ਤੱਥ ਜਿਹੜੇ ਆ ਲੋਕਾਂ ਦੇ ਵਿੱਚ ਰੱਖੋ ਜੋ ਦਸਤਾਵੇਜ਼ੀ ਹੋਣੇ ਚਾਹੀਦੇ ਆ। ਦੂਜੀ ਗੱਲ ਆ ਕਿ ਜੇ ਕੁਛ ਗਲਤ ਹੋਇਆ, ਹੁਣ ਜਿੱਦਾਂ ਇਹ ਕਹਿੰਦੇ 23 ਮਹੀਨਿਆਂ 'ਚ 84 ਲੱਖ ਰੁਪਈਆ ਲੈ ਗਏ, ਤੇ ਭਲਿਓ ਮਾਨਸੋ 84 ਲੱਖ ਰੁਪਈਆ ਲੈਣ ਜੋਗਾ ਕੀਤਾ ਕਿੰਨੇ ਹਰਚਰਨ ਸਿੰਘ ਨੂੰ? ਇਹ ਵੀ ਤਾਂ ਸਭ ਤੋਂ ਵੱਡਾ ਸਵਾਲ ਹੈ। ਤੁਸੀਂ ਨਾ ਕਿਉਂ ਨਹੀਂ ਲੈਂਦੇ ਸੁਖਬੀਰ ਸਿੰਘ ਬਾਦਲ ਦਾ ਕਿ ਉਹਨਾਂ ਨੇ ਭਾਈ ਸਾਡੇ ਮੱਥੇ ਤੇ ਮੜ ਦਿੱਤਾ ਸੀਗਾ, ਸਾਨੂੰ ਰੱਖਣਾ ਪਿਆ 84 ਲੱਖ ਰੁਪਈਆ ਜਿਹੜਾ ਭੇਟਾ ਚੜ ਗਿਆ ਸਾਡਾ, ਤੁਸੀਂ ਦੱਸੋ। ਫਿਰ ਦੂਜੀ ਗੱਲ ਆ ਜਦੋਂ 2.5 ਲੱਖ ਰੁਪਈਆ ਵਕੀਲ ਦੀ ਫੀਸ, ਉਹਨਾਂ ਦਾ ਆਪਣਾ ਕੇਸ ਆ, ਜੇ ਤੁਸੀਂ ਮੰਨ ਲਓ SGPC ਦਾ ਉਹਦੇ 'ਚ ਲੈਣਾ ਦੇਣਾ ਨਹੀਂ ਹੈ, ਤਾਂ ਤੁਸੀਂ 2.5 ਲੱਖ ਰੁਪਈਆ ਕਿਉਂ ਦਿੱਤਾ? ਔਰ ਜੇ ਨਹੀਂ ਬਣਦਾ ਤੁਸੀਂ ਵਸੂਲ ਕਰੋ ਅਗਲੇ ਤੋਂ। ਸੋ ਕਹਿਣ ਦਾ ਭਾਵ ਇਹ ਹੋ ਕਿ ਜਦੋਂ ਤੁਹਾਡੇ ਕੋਲ ਸਾਰੇ ਅਖਤਿਆਰਾਤ ਆ ਤਾਂ ਤੁਸੀਂ ਸੁਣਾ ਕਿਹਨੂੰ ਰਹੇ ਹੋ, ਦੱਸ ਕਿਹਨੂੰ ਰਹੇ ਹੋ? ਜੇ ਕਿਸੇ ਨੇ ਕੁਛ ਗਲਤ ਕੀਤਾ ਉਹਦੇ ਤੇ ਮੁਕੱਦਮਾ ਕਰੋ, ਉਹਦੇ ਤੇ ਕਾਰਵਾਈ ਕਰੋ। ਤਾਂ ਇਹ ਤਾਂ ਸਿਰਫ ਕਾਊਂਟਰ ਕਰਨ ਦੀ ਰਣਨੀਤੀ ਆ ਕਿ ਅਗਲੇ ਬੰਦੇ ਨੂੰ ਬਰੋਬਰ ਘੇਰਿਆ ਜਾਵੇ, ਹੋਰ ਕੁਛ ਨਹੀਂ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਜਾਖੜ ਨੂੰ ਕੈਪਟਨ ਦੇ ਨਾਲ ਮੁਲਾਕਾਤ ਵਾਸਤੇ ਨਹੀਂ ਮਿਲ ਰਿਹਾ ਸਮਾਂ, ਕਹਿ ਦੇਣ ਵੀ ਰੂਸਾ ਦੇ ਜ਼ਰੀਏ ਪਵਾ ਦੇਣ ਸਿਫਾਰਿਸ਼। ਚਲੋ ਤੇ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਕੰਮ ਆ। ਜੇ ਕੈਪਟਨ ਨਹੀਂ ਇਹਨਾਂ ਨੂੰ ਮਿਲ ਰਹੇ ਤੇ ਕੀ ਅਰੂਸਾ ਇਹਨਾਂ ਨੂੰ ਮਿਲੂਗੀ? ਸਭ ਤੋਂ ਵੱਡਾ ਤਾਂ ਇਹ ਵੀ ਇੱਕ ਸਵਾਲ ਰਹੇਗਾ। ਸੋ ਮਾੜੀ ਹਾਲਤ ਆ ਜੀ ਇਸ ਵੇਲੇ, ਕਾਂਗਰਸੀਆਂ ਦੀ ਬਹੁਤ ਹਾਲਤ ਪਤਲੀ ਹੈ। ਹੁਣ ਦੇਖ ਲਓ ਕਿ ਜਿਹੜਾ ਪਾਰਟੀ ਹੈਡ ਆ ਇਹਨਾਂ ਦਾ ਪੰਜਾਬ ਦੇ ਵਿੱਚ, ਉਹਨੂੰ ਸਭਾ ਨਾ ਮਿਲੇ, CM ਨਾਲ ਮਿਲਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਹਨਾਂ ਦਾ ਇਸ਼ੂ ਹੈ। ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਸੁਨੀਲ ਜਾਖੜ ਮਿਲਣਾ ਚਾਹੁੰਦੇ ਸਨ 11 ਫਰਵਰੀ ਨੂੰ, ਪਰ ਉਹਨਾਂ ਨੂੰ 12 ਫਰਵਰੀ ਤੱਕ ਵੀ ਸਮਾਂ ਨਹੀਂ ਮਿਲਿਆ, ਯਾਨੀ 1-2 ਦਿਨ ਇੰਤਜ਼ਾਰ ਕਰਦੇ ਰਹੇ। ਉਸ ਤੋਂ ਬਾਅਦ ਇਹ ਦਿੱਲੀ ਰਵਾਨਾ ਹੋ ਗਏ ਆ। ਤਾਂ ਇਹ ਆਪਣੇ ਆਪ ਦੇ ਵਿੱਚ ਕੁਛ ਹੈ, ਗੁੰਝਲ ਹੈ। ਗੁੰਝਲ ਕੀ ਆ? ਕਿਉਂਕਿ ਦੇਖੋ ਲਗਾਤਾਰ ਸੁਨੀਲ ਜਾਖੜ ਹੈ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਗਾਏ ਬਗਾਏ ਸਿੱਧੇ ਅਸਿੱਧੇ ਸਵਾਲ ਚੁੱਕਦੇ ਰਹੇ ਆ। ਥਰਮਲਾਂ ਦੇ ਮਾਮਲੇ 'ਚੋਂ ਗਰਮ ਹੋਏ ਪਏ ਆ। ਅਤੁਲ ਨੰਦਾ ਜਿਹੜਾ ਕਿ ਕੈਪਟਨ ਹੋਰਾਂ ਦਾ ਬਹੁਤ ਜ਼ਿਆਦਾ ਚਹੇਤਾ ਹੈ, ਜਿਹੜਾ ਇੱਥੋਂ ਦਾ ਹੈਗਾ ਐਡਵੋਕੇਟ ਜਨਰਲ, ਤਾਂ ਉਹਦੇ ਤੇ ਵੀ ਸਵਾਲ ਚੁੱਕੇ ਆ। ਮੈਨੂੰ ਲੱਗਦਾ ਕਿ ਅਸਲ ਦੇ ਵਿੱਚ ਗੁੰਝਲ ਇੱਥੇ ਹੀ ਆ। ਤਾਂ ਸੁਨੀਲ ਜਾਖੜ ਵੀ
ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੇ ਨਿਸ਼ਾਨੇ ਤੇ ਆ। ਪਰ ਜੋ ਵੀ ਆ, ਜਿਸ ਤਰੀਕੇ ਦੇ ਨਾਲ ਇਹਨਾਂ ਦੇ MLA, ਜਿਸ ਤਰੀਕੇ ਦੇ ਨਾਲ ਇਹਨਾਂ ਦੇ ਹੋਰ ਲੀਡਰ ਪਿੱਟਦੇ ਪਏ ਆ, ਸਾਫ਼ ਜ਼ਾਹਰ ਹੁੰਦਾ ਕਿ ਉਹਨਾਂ ਤੀਕ ਪਹੁੰਚ ਜਿਹੜੀ ਆ ਨਹੀਂ ਹੈਗੀ, ਜਿਨ੍ਹਾਂ ਨੂੰ ਆਪਾਂ ਇਸ ਵੇਲੇ ਕਹਿੰਦੇ ਆ ਕਿ ਉਹ ਪੰਜਾਬ ਨੂੰ ਲੀਡ ਕਰ ਰਹੇ ਆ। ਤਾਂ ਜਿੱਥੇ ਹੁਣ ਲੀਡਰਾਂ ਦੀ ਪਹੁੰਚ ਨਹੀਂ, ਉੱਥੇ ਸਧਾਰਨ ਬੰਦਾ ਜੇ ਮੁੱਖ ਮੰਤਰੀ ਨੂੰ ਮਿਲਣਾ ਚਾਹਵੇ ਤੇ ਮੇਰੇ ਖਿਆਲ ਦੇ ਨਾਲ ਉਹਨੂੰ ਤਾਂ 3-4 ਸਾਲ ਇਹੀ ਪਤਾ ਕਰਨ ਤੇ ਲੱਗ ਜਾਣਗੇ ਕਿ ਮੁੱਖ ਮੰਤਰੀ ਸਾਹਿਬ ਰਹਿੰਦੇ ਕਿੱਥੇ ਆ। ਚੰਡੀਗੜ੍ਹ ਜਿਹੜਾ ਉਹਨਾਂ ਨੇ ਸ਼ਾਨਦਾਰ ਇੱਕ ਬਣਾਇਆ ਨਵਾਂ ਉਹ ਮਹਿਲ, ਉਹਦੇ 'ਚ ਰਹਿੰਦੇ ਆ, ਮੋਤੀ ਮਹਿਲ 'ਚ ਰਹਿੰਦੇ ਆ, ਜਾਂ ਉਹ ਜਿੱਥੇ ਕੋਈ ਗੈਸਟ ਰਹਿੰਦੀ ਆ ਕਿ ਉੱਥੇ ਰਹਿੰਦੇ ਆ, ਜਾਂ ਪਰ ਪਹਾੜਾਂ ਤੇ ਰਹਿੰਦੇ ਆ। ਮੇਰੇ ਖਿਆਲ ਦੇ ਨਾਲ 3-4 ਸਾਲ ਆਮ ਬੰਦੇ ਨੂੰ ਲੱਭਣ ਤੇ ਲੱਗ ਜਾਊਗਾ ਕਿ ਆਖਰ ਰਹਿਸ਼ ਕਿੱਥੇ ਉਹਨਾਂ ਦੀ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ, ਤੁਸੀਂ ਵੀ ਜੇ ਕੋਈ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408-272-5200 ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਂ ਕਹਿੰਦੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ 'ਚ। ਬਲੇਹੋ 'ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ 'ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ 'ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ 'ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਕੀ ਤੁਸੀਂ ਸਾਲ ਦੇ $50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ ABLEX ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916-850-9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਐਡਵਾਂਸ ਜੈਨੋਮਿਕਸ ਅਤੇ ਡਾਕਟਰ ਨਿਸ਼ਾ ਡੋਗਰਾ ਲੈ ਕੇ ਆਏ ਹਨ ਫ੍ਰੀ ਹੈਲਥ ਸੈਮੀਨਾਰ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ। ਸੈਕਰਾਮੈਂਟੋ 7 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮੀ 4:30 ਵਜੇ ਤੋਂ 7:30 ਵਜੇ ਤੱਕ। ਸਟਾਕਟਨ 8 ਮਾਰਚ ਦਿਨ ਐਤਵਾਰ ਦੁਪਹਿਰੇ 3 ਵਜੇ ਤੋਂ ਸ਼ਾਮੀ 6 ਵਜੇ ਤੱਕ। ਫ੍ਰੈਜ਼ਨੋ 15 ਮਾਰਚ ਦਿਨ ਐਤਵਾਰ ਨੂੰ ਦੁਪਹਿਰੇ 4:30 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਲੋਕੇਸ਼ਨਸ ਜਾਣਨ ਵਾਸਤੇ ਗੱਲ ਕਰ ਸਕਦੇ ਹੋ 419-699 0626 419-699-0626। ਇਸ ਸੈਮੀਨਾਰ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਬਿਨਾਂ ਕਸਰਤ ਭਾਰ ਘਟਾਉਣ ਦੇ ਤਰੀਕੇ। ਜੇਕਰ ਤੁਹਾਨੂੰ ਵੀ ਹੈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੈਸ ਦੀ ਸਮੱਸਿਆ, ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਬਿਮਾਰੀਆਂ ਤੋਂ ਛੁਟਕਾਰਾ ਪਾਓ। ਸਰਜਰੀ ਤੋਂ ਬਿਨਾਂ ਗਾਲ ਬਲੈਡਰ ਅਤੇ ਕਿਡਨੀਆਂ ਦੀਆਂ ਪੱਥਰੀਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ। ਚਿਹਰੇ ਤੇ ਵਾਲ, ਦਾਗ ਅਤੇ ਝੁਰੜੀਆਂ, ਅੱਖਾਂ ਥੱਲੇ ਸੋਜਸ਼ ਦਾ ਇਲਾਜ ਵੀ ਦੱਸਿਆ ਜਾਵੇਗਾ। ਕਿਸੇ ਵੀ ਕਿਸਮ ਦੇ ਜੋੜਾਂ ਦੇ ਦਰਦ ਦਾ ਵਧੀਆ ਅਤੇ ਜਲਦੀ ਇਲਾਜ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਗੱਲ ਕਰ ਸਕਦੇ ਹੋ 4196990626 419-699-0626। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲਸ ਤੋਂ ਹੀ।
ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਅਤੇ ਆਓ ਆਪਣੇ ਕਾਲਰਸ ਨਾਲ ਗੱਲ ਕਰਦੇ ਨੇ। ਪਹਿਲੇ ਕਾਲਰ ਨੇ ਸੰਤੋਖ ਸਿੰਘ ਜੀ। ਸਤਿ ਸ਼੍ਰੀ ਅਕਾਲ ਸੰਤੋਖ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਇੱਕ ਦੇ ਸਵਾਲ ਹੈ, ਕਿਤਾਬ ਦਾ ਨਾਮ ਦੱਸਿਓ ਜੀ, ਔਰ ਚਰਨ ਸਿੰਘ ਨੇ ਜਿਹੜੀ ਲਿਖੀ ਆ। ਤੇ ਦੂਜਾ, ਚਲੋ ਮੇਰੀ ਉਮਰ ਜ਼ਿਆਦਾ ਹੀ ਆ, ਮੈਂ ਸ਼ਬਦ ਕੀ ਬੋਲਾਂ, ਉਹਨਾਂ ਨੂੰ ਜਿਹੜੇ ਬੋਨੀ ਹੋਣਾ ਨੇ ਅਕਾਲ ਤਖਤ ਤੇ ਆਣ ਕੇ ਅਰਦਾਸੀਏ ਕੋਲ ਅਰਦਾਸ ਕਰਾ ਕੇ ਤੇ ਹੁਣ ਤੇ ਬਹੁਤ ਮਾੜੀ ਗੱਲ ਆ, ਤੇ ਮੈਂ ਵੀ ਸ਼ਬਦ ਮਾੜੇ ਬੋਲਾਂ ਤੇ ਬਹੁਤ ਚੰਗੀ ਗੱਲ ਨਹੀਂ ਹੈਗੀ। ਤੇ ਜੀ ਕਿਤਾਬ ਦਾ ਨਾਮ ਦੱਸਿਓ ਜੀ। ਨਹੀਂ, ਕਿਤਾਬ ਦਾ ਨਾਮ ਹੁਣ ਤੇ ਨਹੀਂ ਮੈਨੂੰ ਪਤਾ ਜੀ। ਹਰਚਰਨ ਸਿੰਘ ਦੀ ਕਿਤਾਬ, ਵੈਸੇ ਜੇ ਤੁਸੀਂ ਕਿਤਾਬ ਮੰਗਾਉਣੀ ਹੈ ਕਿਸੇ ਤੋਂ ਤੇ ਉਹ ਸ਼ਾਇਦ ਸ਼੍ਰੋਮਣੀ ਕਮੇਟੀ ਨਾਲ ਤਾਲੁਕ ਰੱਖਦਾ ਹੀ ਸਰਲੇਖ ਹੈ ਕੋਈ। ਤੇ ਮੈਨੂੰ ਨਾਂ ਨਹੀਂ ਹੈ ਪੱਕਾ ਪਤਾ, ਮੈਂ ਪੁੱਛ ਕੇ ਤੁਹਾਨੂੰ ਦੱਸ ਦੂੰਗਾ। ਰਾਜਕਰਮਵੀਰ ਸਿੰਘ ਹੋਰਾਂ ਨੂੰ ਮੈਂ ਦੱਸ ਦੂੰਗਾ, ਸਵੇਰੇ ਦੱਸ ਦੂੰਗਾ। ਤਾਂ ਸਰਲੇਖ ਪੂਰੇ ਤਾਂ ਨਹੀਂ ਪਤਾ। ਬਾਕੀ ਜੇ ਤੁਸੀਂ ਉਹ ਮੰਗਾਉਣੀ ਹੈ ਕਿਤਾਬ, ਕਿਸੇ ਨੂੰ ਵੀ ਕਹਿ ਦਿਓ ਹਰਚਰਨ ਸਿੰਘ ਦੀ ਕਿਤਾਬ, ਉਹ ਮਿਲ ਜਾਊਗੇ ਸਾਨੂੰ ਜੀ। ਤੇ ਬੋਨੀ ਅਜਨਾਲਾ ਹੋਣੇ ਬਾਰੇ ਦੇਖੋ, ਬੋਨੀ ਅਜਨਾਲਾ ਹੋਰਾਂ ਦਾ ਹੁਣ ਕੀ ਕਹੀਏ। ਮੈਂ ਤਾਂ ਡੇ 1 ਤੋਂ, ਤੁਹਾਨੂੰ ਯਾਦ ਹੋਣਾ ਰਾਜਕਰਮਵੀਰ ਸਿੰਘ ਜੀ, ਜਦੋਂ ਤੋਂ ਇਹ ਗਰੁੱਪ ਅੱਡ ਹੋਇਆ, ਮੈਂ ਡੇ 1 ਤੋਂ ਹੀ ਇਹ ਗੱਲ ਕਹਿੰਦਾ ਆਇਆ ਕਿ ਤੁਸੀਂ ਦੇਖੋ ਜ਼ਿਆਦੀ ਉਮੀਦ ਵੀ ਨਾ ਰੱਖਿਓ, ਜ਼ਿਆਦੀ ਇਹਨਾਂ ਦੀ ਆਲੋਚਨਾ ਵੀ ਨਾ ਕਰਿਓ। ਕੋਈ ਪਤਾ ਨਹੀਂ ਹੈ ਇਹਨਾਂ ਦਾ, ਕੋਈ ਪਤਾ ਨਹੀਂ ਆ। ਸਾਡੇ ਹੋਰ ਦੇਖੋ ਕਿੰਨੇ ਬੇਰ ਕਰ ਜਾਂਦੇ ਆ। ਇਹ ਦੇਖੋ, ਜੇ ਇਹਨਾਂ ਚੀਜ਼ਾਂ ਦੀ ਹੋਈ ਆਪਾਂ ਗੱਲ ਕਰੀਏ ਕਿ ਇਹਨਾਂ ਲਈ ਸਹੁੰ ਮਹੱਤਤਾ ਰੱਖਦੀ ਹੈ ਫਲਾਂ ਟਮਕਾ, ਫਿਰ ਤੇ ਬਹੁਤ ਕੁਛ ਆ। ਸਹੁੰ ਤੇ ਇੱਥੋਂ ਦੇ ਲੀਡਰ ਜਦੋਂ ਅਹੁਦਾ ਸੰਭਾਲਦੇ ਆ ਉਦੋਂ ਵੀ ਇੱਕ ਚੁੱਕਦੇ ਆ। ਤੇ ਜੇ ਇਸ ਹਿਸਾਬ ਨਾਲ ਆਪਾਂ ਲਾ ਕੇ ਚੱਲੀਏ ਕਿ ਸਹੁੰਆਂ ਦਾ ਇਹਨਾਂ ਤੇ ਕੋਈ ਅਸਰ ਹੁੰਦਾ ਤੇ ਅੱਜ ਤੱਕ ਤੇ ਫਿਰ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਅਸਰ ਹੋ ਜਾਣਾ ਸੀਗਾ ਕਿ ਸਾਨੂੰ ਨੇਤਾ ਬਾਹਰੋਂ ਮੰਗਾਉਣੇ ਪਿਆ ਕਰਨੇ ਸੀ, ਇੰਪੋਰਟ ਕਰਨੇ ਪਿਆ ਕਰਨੇ ਸੀ। ਇਹਨਾਂ ਤੇ ਸਹੁੰ ਦਾ ਕੋਈ ਅਸਰ ਨਹੀਂ ਹੁੰਦਾ। ਜੀ ਜੀ। ਅਗਲੇ ਕਾਲਰ ਨੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਮਿੰਟੂ ਜੀ, ਸਤਿ ਸ਼੍ਰੀ ਅਕਾਲ ਦੋਹਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਤੁਸੀਂ ਵੀ ਖਿਡਾਰੀ ਰਹੇ ਹੋ ਤੇ ਹੁਣ ਤੁਸੀਂ ਆਰਟਿਸਟ ਵੀ ਹੋ, ਕਿਤਾਬਾਂ ਲਿਖਦੇ ਹੋ, ਤੁਹਾਡੀ ਮੂਵੀ ਵੀ ਰਿਲੀਜ਼ ਹੋਈ ਆ, ਲਿਖੀ ਹੋਈ। ਮੈਨੂੰ ਬੜੀ ਚਿੰਤਾ ਹੈ ਕਿਉਂਕਿ ਮੈਂ ਵੀ ਸਪੋਰਟਸ ਦੇ ਨਾਲ ਸੰਬੰਧਿਤ ਰਿਹਾ, ਮੈਂ ਮਾੜਾ ਥੋੜ੍ਹਾ ਬਹੁਤਾ ਕਲਾਕਾਰੀ ਦੇ ਨਾਲ ਵੀ ਸੰਬੰਧਿਤ ਰਿਹਾ। ਇਹ ਦੋਵੇਂ ਚੀਜ਼ਾਂ ਇੱਕ ਸਮੇਂ ਰੋਲ ਮਾਡਲ ਹੁੰਦੀਆਂ ਸੀਗੀਆਂ। ਖੇਡ ਮੇਲਾ ਕਰਵਾਇਆ ਜਾਂਦਾ ਸੀ, ਉੱਥੇ ਇੱਦਾਂ ਦੇ ਕਲਾਕਾਰ ਸੱਦੇ ਜਾਂਦੇ ਸੀ, ਮਾਨਕ ਸਾਹਿਬ, ਸਦੀਕ ਸਾਹਿਬ, ਜਿਨ੍ਹਾਂ ਨੇ ਕੁਛ ਨਾ ਕੁਛ ਵਧੀਆ ਗਾਇਆ ਜਾਂ ਸਮਾਜ ਨੂੰ ਸੇਧ ਦੇਣ ਵਾਲਾ। ਪਿੱਛੇ ਜੇ ਦਿੜਬੇ ਦੇ ਵਿੱਚ ਖੇਡ ਮੇਲਾ ਹੋਇਆ, ਖੇਡ ਮੇਲੇ ਕਰਵਾਏ ਜਾਂਦੇ ਆ ਤਾਂ ਕਿ ਅਸੀਂ ਸਾਡੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਪਰੇ ਰੱਖ ਸਕੀਏ, ਉਹਨਾਂ ਦੀ ਸਿਹਤ ਸੰਭਾਲ ਦੇ ਲਈ ਕੁਛ ਨਾ ਕੁਛ ਦ੍ਰਿਸ਼ਟੀਕੋਣ ਅਸੀਂ ਦੇ ਸਕੀਏ। 2 ਕਲਾਕਾਰ ਸੱਦੇ, ਚਲੋ ਇੱਕ ਤਾਂ ਪੁਰਾਣਾ ਕਲਾਕਾਰ ਹੈ, ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰੂੰਗਾ, ਉਹਨੇ ਗਾਇਆ ਵੀ ਵਧੀਆ, ਪਰ ਉਹ ਸਮੇਂ-ਸਮੇਂ ਤੇ ਉਹ ਵੀ ਥੋੜ੍ਹਾ ਜਿਹਾ ਬਾਗੀ ਹੋ ਜਾਂਦਾ। ਸੋ ਇੱਕ ਜਮੀ ਬਿਲਕੁਲ ਨਵਾਂ ਕਲਾਕਾਰ ਹੈ ਜਿਹਨੇ ਹਥਿਆਰਾਂ ਤੇ ਨਸ਼ਿਆਂ ਤੇ ਗੀਤ ਗਾਏ ਨੇ। ਤੁਹਾਡੀ ਕੀ ਸੋਚ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵੀ ਉੱਥੇ ਗੱਡੀਆਂ ਭਰ ਕੇ, ਮੈਂ ਨਾਭੇ ਨੂੰ ਬਿਲੋਂਗ ਕਰਦਾ ਜੀ, ਉੱਥੇ ਸਾਡੇ ਨਾਭੇ ਮੇਲਾ ਸੀਗਾ, ਮੈਂ ਮੁੰਡਿਆਂ ਨੂੰ ਪੁੱਛਿਆ, ਉਹ ਕਹਿੰਦੇ ਯਾਰ ਉੱਥੇ ਲੱਗਣਾ ਸੀ, ਦਿੜਬੇ ਲੱਗਣਾ ਸੀਗਾ ਆਪਣਾ ਸਿੱਧੂ ਮੂਸੇ ਵਾਲਾ, ਲੋਕ ਗੱਡੀਆਂ ਕਿਰਾਏ ਤੇ ਕਰਾ ਕੇ ਗਏ। ਤੁਹਾਨੂੰ ਕੀ ਲੱਗਦਾ ਕਿ ਇਹ ਮੇਲਾ ਕਰਾਉਣ ਵਾਲਿਆਂ ਨੂੰ ਨਹੀਂ ਚਾਹੀਦਾ ਕਿ ਇੱਦਾਂ ਦੇ ਕਲਾਕਾਰ ਸੱਦੇ ਜਾਣ ਜਿਹੜੇ ਘੱਟੋ ਘੱਟ ਸਮਾਜ ਨੂੰ ਸਹੀ ਸੇਧ ਤਾਂ ਦੇ ਦੇਣ? ਪਲੀਜ਼ ਕੱਟਿਓ ਨਾ ਜੀ। ਜੀ ਨਹੀਂ, ਬਿਲਕੁਲ ਮੈਂ ਤਾਂ ਕਹੂੰਗਾ ਗਾਇਕਾਂ ਦਾ ਕੀ ਕਸੂਰ ਹੈ ਜੀ। ਗਾਇਕਾਂ ਨੇ ਤੇ ਆਪਦੇ ਖਾੜੇ ਲਾਉਣੇ ਆ।
ਗਾਇਕਾਂ ਨੂੰ ਤੁਸੀਂ ਸੱਦ ਰਹੇ ਤਾਂ ਹੀ ਉੱਥੇ ਖੜੇ ਲੱਗ ਰਹੇ ਆ ਨਾ। ਇਹ ਵੀ ਇੱਕ ਵੱਡਾ ਸਵਾਲ ਆ ਕਿ ਅਸੀਂ ਇੱਕ ਪਾਸੇ ਤੇ ਕਹਿੰਦੇ ਆ ਕਿ ਇਹਨਾਂ ਦੇ ਪਰਚੇ ਕਰ ਦਿਓ, ਫਲਾਂ ਕਰ ਦਿਓ, ਧਮਕਾ ਕਰ ਦਿਓ, ਦੂਸਰੇ ਪਾਸੇ ਅਸੀਂ ਉਹਨਾਂ ਨੂੰ ਬੁਲਾ ਰਹੇ ਆ, ਸਾਡੇ ਵਿੱਚੋਂ ਹੀ ਬੰਦੇ ਬੁਲਾ ਰਹੇ ਆ। ਇਹ ਆਯੋਜਕ ਉੱਥੇ 5-7 ਹੋਣਗੇ, ਪਰ ਗ੍ਰਾਹੀ ਦੇਣ ਵਾਲੇ ਕਿੰਨੇ ਹੋਣਗੇ ਦੇਖੋ, ਕਿਉਂਕਿ ਇਹਨਾਂ ਦੀ ਫੀਸ ਕਲਾਕਾਰਾਂ ਦੀ ਬਹੁਤ ਵੱਡੀ ਫੀਸ ਆ, ਸਧਾਰਨ ਬੰਦਾ ਨਹੀਂ ਉਹਨੂੰ ਅਫੋਰਡ ਕਰ ਸਕਦਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਇੱਕ ਪਾਸੇ ਸਮਾਜ ਦਾ ਇੱਕ ਹਿੱਸਾ ਕਹਿੰਦਾ ਗਾਣੇ ਬੰਦ ਕਰੋ, ਦੂਸਰੇ ਪਾਸੇ ਇੱਕ ਹਿੱਸਾ ਸਮਾਜ ਦਾ ਜਿਹੜਾ ਉਹ ਉਹਨਾਂ ਨੂੰ ਉੱਥੇ ਦੇ ਰਿਹਾ, ਪਲੇਟਫਾਰਮ ਦੇ ਰਿਹਾ। ਤਾਂ ਬਹੁਤ ਗਲਤ ਗੱਲ ਹੋ ਰਹੀ ਹੈ, ਬਹੁਤ ਗਲਤ ਗੱਲ ਹੋ ਰਹੀ ਆ। ਇੱਥੇ ਤੇ ਗਰੁੱਪ ਬਣੇ ਆ ਭਾਈ ਸਾਹਿਬ, ਲੋਕ ਲੜਦੇ ਆ, ਝਗੜਦੇ ਆ, ਉਹ ਪੇਜ ਬਣੇ ਆ ਫੈਨ ਫਲਾਣੇ ਦੇ, ਫੈਨ ਫਲਾਣੇ ਦੇ, ਧਮਕਾਣੇ ਦੇ। ਔਰ ਕਲਾਕਾਰ ਵੀ ਮੈਂ ਦੇਖ ਰਿਹਾ ਸੀਗਾ 1-2 ਵੀਡੀਓ, ਉਹ ਕਲਾਕਾਰ ਵੀ ਕਹਿ ਰਹੇ ਆ ਭਰ ਕੇ ਲੈ ਕੇ ਆਓ। ਹੁਣ ਪਤਾ ਇੱਕ ਸਾਈਡ ਦਾ ਕਲਾਕਾਰ ਤਾਂ ਮੈਂ ਵੇਖਿਆ ਵੀਡੀਓ 'ਚ ਕਹਿੰਦਾ ਕਿ ਹਾਂ ਭਾਈ ਉੱਥੇ ਆਓ, ਗੱਡੀਆਂ ਤਖਤੀਆਂ ਲਾ ਕੇ ਆਓ, ਫਲਾਂ ਧਮਕਾ। ਤੇ ਇਹ ਤੇ ਸਿਆਸੀ ਰੈਲੀਆਂ ਵਾਲਾ ਹਿਸਾਬ ਕਿਤਾਬ ਹੋ ਗਿਆ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਇਹਨਾਂ ਦੇ ਸਮਰਥਕ ਟਾਈਮ ਵੀ ਬੰਨ ਕੇ ਇੱਥੇ ਲੜ ਪਿਆ ਕਰਨ। ਤਾਂ ਇਹ ਚੀਜ਼ ਜਿਹੜੀ ਆ ਕਲਾਕਾਰਾਂ ਨੂੰ ਚਾਹੀਦੀ ਆ ਕਿ ਨਹੀਂ ਯਾਰ ਕੋਈ ਜਦਾਈ ਥੋੜ੍ਹੀ ਆ, ਕਿਸੇ ਦੇ ਕੋਈ ਫੈਨ ਵੱਧ ਹੋ ਸਕਦੇ, ਘੱਟ ਹੋ ਸਕਦੇ ਆ। ਗੱਲ ਇਹ ਆ ਕਿ ਇਹ ਇੰਨਾ ਜ਼ਿਆਦਾ ਇੱਥੇ ਕੰਮ ਵਿਗੜ ਚੁੱਕਾ ਨਾ, ਉਹ ਇਸ ਤਰ੍ਹਾਂ ਦਾ ਕਿ ਦੁਪਾਸੜ ਗੱਲ ਅਸੀਂ ਕਰਦੇ ਨਹੀਂ ਹੈ। ਔਰ ਜਿੰਨਾ ਚਿਰ ਦੁਪਾਸੜ ਗੱਲ ਨਹੀਂ ਹੋਊਗੀ ਮਸਲੇ ਦਾ ਹੱਲ ਨਹੀਂ। ਦੁਪਾਸੜ ਕੀ ਆ ਕਿ ਸਾਨੂੰ ਚੰਗੇ ਨੌਜਵਾਨ ਪੈਦਾ ਕਰਨੇ ਪੈਣਗੇ। ਨੌਜਵਾਨ ਤੇ ਪੈਦਾ ਹੋ ਹੀ ਰਹੇ ਆ। ਚੰਗੇ ਤੋਂ ਭਾਵ ਕੀ ਆ, ਜਿਹੜੇ ਮਿਆਰੀ ਸੋਚ ਰੱਖਦੇ ਹੋਣ। ਮੈਂ ਅੱਗੇ ਵੀ ਕਹਿੰਦਾ ਕਿ ਸਰਤਾਜ ਹੋਰੀ ਸਰਵਾਈਵ ਕਿਉਂ ਕਰ ਰਹੇ ਆ, ਵਾਰਸ ਭਰਾ ਕਿਉਂ ਕਰ ਰਹੇ ਆ, ਲਖਵਿੰਦਰ ਵਡਾਲੀ ਹੋਰੀ ਕਿਉਂ ਕਰ ਰਹੇ ਆ, ਸਲੀਮ ਵਰਗੇ, ਜਸਵੀਰ ਜੱਸੀ ਵਰਗੇ ਕਿਉਂ ਕਰ ਰਹੇ ਆ? ਕਿਉਂਕਿ ਉਹਨਾਂ ਦਾ ਸਮਾਨ ਲੈਣ ਵਾਲੇ ਗਾਹਕ ਹੈਗੇ ਆ ਬਾਜ਼ਾਰ 'ਚ। ਤਾਂ ਇਹ ਬਾਜ਼ਾਰ ਮੋਕਲਾ ਕਰਨ ਦੀ ਜ਼ਰੂਰਤ ਆ, ਇਸ ਬਾਜ਼ਾਰ ਨੂੰ ਵਧਾਉਣ ਦੀ ਜ਼ਰੂਰਤ ਆ। ਜੇ ਡਿਸਕਸ਼ਨ 'ਚ ਪਾਵਾਂਗੇ ਮੈਂ ਬਹੁਤ ਵੱਡਾ ਪੱਖ ਰੱਖ ਸਕਦਾ ਕਿ ਸਾਡੇ ਇੱਥੇ ਬੱਚਿਆਂ ਦੀਆਂ ਨੈਤਿਕ ਕਦਰਾਂ ਕੀਮਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਤਵੱਜੋ ਨਹੀਂ ਦਿੱਤੀ ਜਾਂਦੀ। ਵਾਕਈ ਬਿਲਕੁਲ ਜੀ। ਇਸ ਟਾਈਮ ਕਾਲਜ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਅਖਾੜਿਆਂ ਦਾ ਘਰ ਜਿਹੜਾ ਉਹ ਬਣੇ ਹੋਏ ਨੇ, ਉੱਥੇ ਇਹੀ ਕੁਛ ਜਿਹੜਾ ਉਹ ਚੱਲ ਰਿਹਾ। ਸੋ ਇਹ ਸਿਚੁਏਸ਼ਨ ਜਿਹੜੀ ਉਹ ਬਣਨੀ ਆ, ਲੋਕਾਂ ਦੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਸਮਝ ਨਹੀਂ ਆ ਰਹੀ ਉਹਨਾਂ ਨੂੰ ਵੀ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗਲਤ ਹੈ। ਤੁਸੀਂ ਫੈਨ ਹੋ ਸਕਦੇ, ਕਿਸੇ ਦਾ ਮਿਊਜ਼ਿਕ ਲਾਈਕ ਕਰਦੇ ਆ ਕਰੋ, ਪਰ ਇਸ ਤਰੀਕੇ ਦੀਆਂ ਰੰਜਿਸ਼ਾਂ ਆਪਸ 'ਚ ਰੱਖ ਕੇ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਪਲਵਿੰਦਰ ਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਇੱਕ ਸਵਾਲ ਸੀ ਕਿ ਮੈਂ ਸੁਣਿਆ ਸੀ ਕਿਸੇ ਦੋਸਤ ਵੀਰ ਤੋਂ ਆਪਣੇ, ਤੇ ਉਹਨਾਂ ਦੱਸਿਆ ਸੀ ਕਿ ਜਿਵੇਂ ਉੱਥੇ ਆਪਣੇ ਬੈਂਕਰਪਸੀ ਹੋ ਜਾਂਦੇ ਨੇ ਬੈਂਕਾਂ ਨਾ, ਜਿਵੇਂ ਪੰਜਾਬੀ ਕਹਿੰਦੇ ਆ ਦੁਆਲਾ ਨਿਕਲ ਗਿਆ ਬੈਂਕ ਦਾ। ਤੇ ਉਹ ਮੈਂ ਸੁਣਿਆ ਸੀ, ਉਹਨਾਂ ਦੱਸਿਆ ਸੀ ਕਿ ਬੈਂਕ ਦੇ ਵਿੱਚ ਭਾਵੇਂ ਤੁਹਾਡਾ 10 ਲੱਖ ਭਾਵੇਂ 1 ਕਰੋੜ ਹੋਵੇ, ਕਿ ਜੇ ਬੈਂਕਰਪਸੀ ਬੈਂਕ ਹੋ ਜਾਂਦਾ ਕੋਈ ਜਾਂ ਦੁਆਲਾ ਨਿਕਲ ਜਾਂਦਾ ਉਹਦਾ, ਤੇ ਉਹ ਸਿਰ 1 ਲੱਖ ਰੁਪਇਆ ਹੀ ਦੇਣਦਾਰ ਹੋਵੇਗਾ, ਜਾਨੀ 1 ਲੱਖ ਰੁਪਏ ਦਾ ਹੀ ਤੁਹਾਨੂੰ ਵਾਪਸ ਦੇਵੇਗਾ ਜੇ ਉਹਦਾ ਦੁਆਲਾ ਨਿਕਲ ਜਾਂਦਾ। ਜੀ, ਕੀ ਇਹ ਗੱਲ ਸੱਚੀ ਹੈ ਜਾਂ ਵੈਸੇ ਕਿਸੇ ਨੇ ਸੋਸ਼ਲ ਮੀਡੀਆ ਤੇ ਦੇਖ ਕੇ ਸ਼ੋਸ਼ਾ ਛੱਡਤਾ ਜਾਂ? ਤੇ ਦੂਸਰਾ ਇੱਕ ਨਿੱਕਾ ਜਿਹਾ ਸਵਾਲ ਹੈ ਜੀ, LIC ਜਿਹੜੀ ਆਪਣੀ LIC ਜਿਹੜੀ ਬੀਮਾ ਯੋਜਨਾ ਆਪਣੀ ਲਾਈਫ ਇੰਸ਼ੋਰੈਂਸ, ਉਹ ਪ੍ਰਾਈਵੇਟ ਹੱਥਾਂ 'ਚ ਦੇਤੀ ਜਾਂ ਪਹਿਲੇ ਸਰਕਾਰੀ ਸੀ? ਉਸ ਬਾਰੇ ਸੀ। ਥੈਂਕ ਯੂ ਜੀ, ਸੁਣਦੇ ਹੋ ਭਾਈ। ਨਹੀਂ ਸਰ, ਐਸੀ ਗੱਲ ਨਹੀਂ ਹੈ ਕਿ ਉਹ LIC ਪ੍ਰਾਈਵੇਟ ਹੱਥਾਂ 'ਚ ਚੱਲ ਗਈ ਆ। ਦਰਅਸਲ ਕੀ ਆ ਕਿ ਇਹਨਾਂ ਨੇ ਪੈਸਾ ਇਕੱਠਾ ਕਰਨਾ, ਇਹਨਾਂ ਦਾ ਦਿਵਾਲਾ ਨਿਕਲਿਆ ਪਿਆ ਤੇ ਉਹ ਡਿਸਇਨਵੈਸਟਮੈਂਟ ਕਰਦੇ ਪਏ ਆ। ਮਤਲਬ ਕਿ ਉਹ ਜਿਹੜੀ LIC ਦੀ ਹੈਗੀ ਆ ਟੋਟਲ ਜਿੰਨੀ ਪ੍ਰਾਪਰਟੀ, ਉਹਦੇ ਵਿੱਚੋਂ ਹੁਣ ਇਹ ਖੋਲ ਦੇਣਗੇ ਕੁਛ 10% ਜਾਂ 15% ਪ੍ਰਾਈਵੇਟ ਪਲੇਅਰਾਂ ਵਾਸਤੇ। ਉਹ ਜਿਹੜੇ ਸ਼ੇਅਰ ਹੈ ਉਹ ਕੋਈ ਵੀ ਖਰੀਦ ਸਕਦਾ, ਉਹਦੇ 'ਚ ਤੁਸੀਂ ਵੀ ਖਰੀਦ ਸਕਦੇ ਹੋ, ਜਿਹੜਾ ਕਿ ਅੱਗੇ ਇਸ ਤਰ੍ਹਾਂ ਨਹੀਂ ਸੀ ਹੁੰਦਾ। ਸੋ ਇਹ ਨਹੀਂ ਹੈ ਕਿ ਟੋਟਲੀ ਉਹ ਪ੍ਰਾਈਵੇਟ ਪਲੇਅਰਾਂ ਦੇ ਹੱਥ 'ਚ ਚਲੇ ਜਾਣੀ। ਹਾਂ, ਪ੍ਰਾਈਵੇਟ ਪਲੇਅਰਾਂ ਵਾਸਤੇ ਬਾਜ਼ਾਰ ਜ਼ਰੂਰ ਖੋਲਿਆ ਜਾ ਰਿਹਾ ਉਹਦਾ, ਤਾਂ LIC ਦਾ ਤਾਂ ਭਾਗੇ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਇਹ ਤੁਹਾਡੇ ਮੁਲਕ ਵਿੱਚ ਵੀ ਕਾਨੂੰਨ ਹੋਏਗਾ। ਇੱਥੇ ਜਿੱਥੇ ਤੁਸੀਂ ਰਹਿੰਦੇ ਹੋ ਨਾ, ਇੱਥੇ ਵੀ ਹੋਏਗਾ। ਇਹ ਹਰੇਕ ਮੁਲਕ ਦੇ ਵਿੱਚ ਹੁੰਦਾ। ਬਿਲਕੁਲ ਗੱਲ ਸਹੀ ਆ, 1 ਲੱਖ ਰੁਪਏ ਤੱਕ ਹੀ ਹੈ। ਤੇ ਹੁਣ ਮੇਰੇ ਖਿਆਲ ਦੇ ਨਾਲ ਪਤਾ ਨਹੀਂ ਵਧਾ ਕੇ ਇਹਨਾਂ ਨੇ 2 ਕੀਤਾ ਹੋਵੇ, ਪਰ ਪਹਿਲਾਂ ਤੇ ਇਹ ਕੁਛ 1000 ਰੁਪਏ ਹੁੰਦਾ ਸੀਗਾ, ਕੁਛ 1000 ਰੁਪਏ ਹੁੰਦਾ ਸੀ। ਹੁਣ ਇਹਨਾਂ ਨੇ 1 ਲੱਖ ਰੁਪਏ ਤੱਕ ਕੀਤਾ। ਤਾਂ ਇਹ ਬਹੁਤ ਸਾਰੇ ਦੇਸ਼ਾਂ ਦਾ ਹੀ ਹੁੰਦਾ ਕਾਨੂੰਨ। ਤਾਂ ਇਹ ਬਿਲਕੁਲ ਤੁਹਾਡੀ ਇਨਫੋਰਮੇਸ਼ਨ ਜਿਹੜੀ ਆ ਉਹ ਸਹੀ ਆ, ਪਰ ਦੂਸਰੀ ਇਨਫੋਰਮੇਸ਼ਨ ਗਲਤ ਆ ਕਿ LIC ਨੂੰ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ 'ਚ ਦਿੱਤਾ ਜਾ ਰਿਹਾ। ਹਾਂ, ਮੇਰਾ ਮੰਨਣਾ ਕਿ ਐਸਾ ਕਰਨਾ ਵੀ ਸ਼ਾਇਦ ਮੁਨਾਸਬ ਨਹੀਂ ਹੈ, ਵਾਜਬ ਨਹੀਂ ਹੈ। ਮੈਂ ਉਹ ਤਾਂ ਚਲੋ ਗਿਆ ਹੀ ਆ,
ਇਹਨਾਂ ਨੇ ਐਸਾ ਕਰਕੇ LIC ਦੇ ਨਾਲ ਧੱਕਾ ਕੀਤਾ ਕਿਉਂਕਿ ਬਹੁਤ ਮੁਨਾਫਾ ਬਖਸ਼ ਇੱਕ ਵਿੱਤੀ ਸੰਸਥਾ ਹੈ, ਜਿਹਦੇ ਵਿੱਚ ਜੇ ਆਪਾਂ ਦੇਖੀਏ 2018 ਦਾ ਮੇਰੇ ਖਿਆਲ ਦੇ ਨਾਲ 46,000 ਕਰੋੜ ਦਾ ਮੁਨਾਫਾ ਹੈ ਉਹਨਾਂ ਦਾ, 46,000 ਕਰੋੜ ਦਾ ਬਹੁਤ ਵੱਡਾ ਮੁਨਾਫਾ। ਪਰ ਕੀ ਕਰਨਾ, ਇਹ ਡਿਸਇਨਵੈਸਟਮੈਂਟ ਦਾ ਇਹਨਾਂ ਨੇ ਪੈਸਾ ਇਕੱਠਾ ਕਰਨਾ, ਸੋ ਇਸ ਕਰਕੇ ਇਹਨਾਂ ਨੇ ਇਹ ਕਦਮ ਚੁੱਕਿਆ ਵਾ ਜੀ। ਜੀ ਅਗਲੇ ਕਾਲਰ ਆਪਣੇ ਜੁੜੇ ਨੇ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਨਾ ਜੀ, ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਕ ਲੋਕੀ ਪਾਰਟੀ ਜਿਹੜੀ ਹੈਗੀ ਆ, ਹੁਣ ਪੋਲੀਟੀਕਲ ਪਾਰਟੀ ਕੋਈ ਵੀ ਬੰਦੇ ਕਿਸੇ ਵੀ ਪਾਰਟੀ ਦੇ ਹੈਗੇ ਆ, ਇਹਨਾਂ ਦੇ ਮੂੰਹ ਨੂੰ ਡੂ ਲੱਗਾ ਹੋਇਆ ਤੇ ਇਹ ਜਿਹੜੇ ਹੈਗੇ ਆ ਇਹ ਬੰਦੇ ਕਾਬੂ ਆਉਣ ਵਾਲੇ ਨਹੀਂ ਥੋੜੀ ਕੀਤੇ। ਤੇ ਹੁਣ ਜੇ ਤੀਸਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ, ਉਹ ਜੇ ਦਿੱਲੀ 'ਚ ਕਾਮਯਾਬ ਹੋ ਗਈ ਆ ਤੇ ਜੇ ਰੱਬ ਕਰੇ ਇੱਥੇ ਵੀ ਕਾਮਯਾਬ ਹੋ ਜਾਏ ਪੰਜਾਬ ਦੇ ਵਿੱਚ ਵੀ, ਤੇ ਉਹਦੇ ਬੰਦੇ ਇਹ ਭੱਜ ਕੇ ਰੋਕੀ ਜਾਣਗੇ। ਅੱਗੇ ਇੱਕ ਵਾਰੀ ਇਹੋ ਜਿਹਾ ਮੌਕਾ ਆਇਆ ਸੀਗਾ ਕਿ ਹੋ ਚੱਲੇ ਸੀ ਕਾਮਯਾਬ ਪੂਰੇ ਹੀ, ਉਹ ਫੁੱਟਫਾਟ ਹੀ ਪੈ ਗਈ ਤੇ ਉਹ ਦੱਸੇ ਜੇ ਸਾਰੇ ਜਣੇ ਇਕੱਠੇ ਹੋ ਜਾਣਾ ਤੇ ਉਹਦਾ ਦਾ ਕੰਮ ਚੰਗਾ ਨੀਗਾ। ਉਹ ਪੰਜਾਬ ਬਚ ਜਾਏ, ਲੋਕੀ ਬਚ ਜਾਣ, ਇਹ ਲੋਕਾਂ ਕੋਲ ਜਾਨ ਛੁੱਟ ਜਾਏ, ਸਾਰੇ ਜਾਣੇ ਜੇ ਇਕੱਠੇ ਹੋ ਜਾਣ। ਹਾਂ ਜੀ ਮਿੰਟੂ ਜੀ, ਕਰਿਓ ਇਕੱਠੇ ਸਾਰੇ ਜਾਣੇ। ਨਹੀਂ ਦੇਖੋ, ਇਹ ਭਾਵਨਾ ਹੈ ਜੀ, ਤੁਹਾਡੀ ਭਾਵਨਾ। ਮੈਂ ਹੁਣ ਬਹੁਤਾ ਇੱਕ ਕਿਸੇ ਫਰੰਟ ਜਾਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਆਜ਼ਾਦ ਹੋ, ਤੁਸੀਂ ਕਰ ਸਕਦੇ ਹੋ। ਮੈਂ ਨਹੀਂ ਕਹਿ ਸਕਦਾ ਕਿ ਹਾਂਜੀ ਇਹ ਫਲਾਣੇ ਰੱਦ ਕਰਕੇ ਆ ਜਾਓ। ਹਾਂ, ਮੈਂ ਸਿਆਸੀ ਬਦਲਾਅ ਦਾ ਹੱਕਦਾਰ ਆ, ਤਾਬੇਦਾਰ ਵੀ ਆ, ਮੈਂ ਸਿਆਸੀ ਬਦਲਾਅ ਦੀ ਇੱਛਾ ਵੀ ਰੱਖਦਾ ਕਿ ਹੋਣਾ ਚਾਹੀਦਾ। ਉਹ ਕੋਈ ਵੀ ਸੰਗਠਨ ਕਰ ਸਕਦਾ, ਕੋਈ ਵੀ ਨੇਤਾ ਜਿਹੜਾ ਉਹਦੇ 'ਚ ਹਿੱਸਾ ਪਾ ਸਕਦਾ ਹੈ। ਸੋ ਸਾਡੀ ਵੀ ਕਾਮਨਾ, ਸਾਡੇ ਪੰਜਾਬ ਦੀ ਵੀ ਕਾਮਨਾ ਕਿ ਸਿਆਸੀ ਬਦਲਾਅ ਹੋਣਾ ਚਾਹੀਦਾ। ਉਹਦੇ 'ਚ ਅਲਟਰਨੇਟਿਵ ਇੱਕ ਜਿੱਦਾਂ ਕਹ ਲਈਏ ਨਾ, ਪੋਲੀਟਿਕਸ ਚਾਹੀਦੀ ਹੈ ਸਾਨੂੰ ਸਰਦਾਰ ਸਾਹਿਬ, ਧੜੇਬੰਦੀ ਨਹੀਂ ਚਾਹੀਦੀ। ਅਲਟਰਨੇਟਿਵ ਧੜੇਬੰਦੀ ਨਹੀਂ ਚਾਹੀਦੀ। ਉਹ ਤੇ ਬਹੁਤ ਆ, ਉਹ ਤੇ ਸੁਖਪਾਲ ਸਿੰਘ ਖਹਿਰੇ ਹੋਰੀ ਕਾਂਗਰਸ ਚੋਂ ਨਿਕਲ ਕੇ ਆਮ ਆਦਮੀ ਪਾਰਟੀ ਜਾਂਦੇ, ਉੱਥੇ ਵੀ ਬਣਾ ਲੈਂਦੇ ਆ। ਭਗਵੰਤ ਮਾਨ ਹੋਰੀ ਪਿੱਛੋਂ ਆਉਂਦੇ ਆ ਕਿਸੇ ਹੋਰ ਸੰਗਠਨ ਚੋਂ, ਉਹ ਆ ਕੇ ਉੱਥੇ ਆਪਦਾ ਧੜਾ ਬਣਾ ਲੈਂਦੇ ਆ। ਸਾਨੂੰ ਧੜੇਬੰਦੀ ਨਹੀਂ ਚਾਹੀਦੀ, ਸਾਨੂੰ ਬਦਲਵੀਂ ਪੋਲੀਟਿਕਸ ਚਾਹੀਦੀ, ਚਾਹੇ ਕੋਈ ਵੀ ਦੇ ਦੇਵੇ, ਡਜ਼ਨਟ ਮੈਟਰ, ਕੋਈ ਫਰਕ ਨਹੀਂ ਪੈਂਦਾ ਕਿ ਕਿਹੜਾ ਕਿਸ ਵਿਚਾਰਧਾਰਾ ਦਾ ਜਾਂ ਕਿਹੜੇ ਸਿਆਸੀ ਬੈਕਗਰਾਉਂਡ ਦਾ ਹੈ। ਜੀ ਅਗਲੇ ਕਾਲਰ ਨੇ ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੇਰਾ ਨਾ ਸਵਾਲ ਨਿਊਜ਼ ਮੀਡੀਆ ਦੇ ਉੱਤੇ ਹੀ ਹੈ ਕਿ ਪੰਨੂ ਆਪਣੇ ਜਿਹੜੇ ਨੇ ਆਪਣੇ ਮਿੰਟੂ ਸਾਹਿਬ ਇਹ ਬੜੇ ਐਕਸਪਰਟ ਨੇ, ਵੀ ਮੈਂ ਦੱਸਣਾ ਚਾਹੁੰਦਾ ਵੀ ਪੁੱਛਣਾ ਚਾਹੁੰਦਾ ਵੀ ਜੇ ਆਪਣਾ ਜਿਹੜਾ ਟਰੰਪ ਸਰਪੰਚ ਸਾਹਿਬ ਇੰਡੀਆ ਜਾ ਰਹੇ ਨੇ ਤੇ ਇਹਦੇ ਬਾਰੇ ਇੱਕ ਕੱਲ੍ਹ ਦੀ ਖਬਰ ਸੀਗੀ ਇੱਥੋਂ ਨਿਊਜ਼ ਮੀਡੀਆ 'ਚ ਵੀ ਅਮਰੀਕਾ ਦੇ ਰਿਪਬਲਿਕਨ ਡੈਮੋਕ੍ਰੇਟ ਸੈਨੇਟਰਾਂ ਨੇ ਕੋਈ ਲੈਟਰ ਲਿਖਿਆ ਇਹਨੂੰ ਸੈਕਟਰੀ ਆਫ ਸਟੇਟ ਨੂੰ, ਜਿਹਦੇ ਵਿੱਚ ਉਹਨਾਂ ਨੇ ਸਰਪੰਚ ਤੋਂ ਮੰਗ ਕੀਤੀ ਗਈ ਟਰੰਪ ਤੋਂ ਵੀ ਉਹ ਮੋਦੀ ਨਾਲ ਗੱਲ ਕਰੇ ਵੀ ਜਿਹੜਾ ਕਸ਼ਮੀਰ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਲੋਕਾਂ ਨੂੰ ਬੰਦ ਕੀਤਾ ਹੋਇਆ ਹੈ, ਉਹਦੇ ਬਾਰੇ ਦਖਲਅੰਦਾਜ਼ੀ ਕਰੇ ਟਰੰਪ ਸਾਹਿਬ। ਮੈਂ ਪੁੱਛਣਾ ਚਾਹੁੰਦਾ ਵੀ ਕਿਸੇ ਭਾਰਤ ਦੇ ਗੋਦੀ ਮੀਡੀਆ ਜਾਂ ਜਿਹੜਾ ਇੰਡੀਪੈਂਡੈਂਟ ਮੀਡੀਆ ਵੀ ਕਿਸੇ ਨੇ ਨਿਊਜ਼ ਮੀਡੀਆ 'ਚ ਕੋਈ ਖਬਰ ਲਾਈ ਹੈ? ਦੂਜੇ ਪਾਸੇ ਸਿਆਟਲ ਸ਼ਹਿਰ ਨੇ ਵੀ ਇੱਕ ਮਤਾ ਪਾਸ ਕੀਤਾ ਹੋਇਆ ਉੱਥੇ ਦੇ ਕਸ਼ਮੀਰੀਆਂ ਦੇ ਹੱਕ 'ਚ ਜਾਂ ਜਿਹੜਾ ਨਾਗਰਿਕਤਾ ਬਿੱਲ ਸੀਏ ਦੇ ਖਿਲਾਫ ਦੇ ਵਿੱਚ। ਜੀ ਹਾਂਜੀ, ਮੈਂ ਪੁੱਛਣਾ ਚਾਹੁੰਦਾ ਵੀ ਕਿਸੇ ਨਿਊਜ਼ ਮੀਡੀਆ 'ਚ ਖਬਰ ਲੱਗੀ ਹੋਈ ਇਹਦੇ ਬਾਰੇ ਜਾਣਕਾਰੀ ਦੇਣ ਜੀ, ਮਿਹਰਬਾਨੀ। ਜੀ ਨਹੀਂ ਪਤਾ ਨਹੀਂ ਸਰਦਾਰ ਸਾਹਿਬ, ਪਤਾ ਕੀ ਹੈ, 2-3 ਦਿਨ ਤੋਂ ਮੈਂ ਆਪ ਹੀ ਖਬਰਾਂ ਨਾਲ ਵਾਸਤਾ ਨਹੀਂ ਹੈ। ਮੈਂ ਐਵੇਂ ਕਿਸੇ ਦਾ ਨੁਕਸ ਕੱਢ ਦੇਵਾਂ। ਰਾਜਕਰਨਵੀਰ ਸਿੰਘ ਨੂੰ ਪਤਾ ਕਿ ਮੈਂ ਕਿਸੇ ਫੰਕਸ਼ਨ ਦੇ ਵਿੱਚ ਗਿਆ ਹੋਇਆ ਸੀਗਾ, ਹਜੇ ਵੀ ਮੈਂ ਘਰੇ ਨਹੀਂ ਪਹੁੰਚਿਆ, ਮਤਲਬ ਕਿ ਮੈਂ ਖੁਦ ਹੀ 2-3 ਦਿਨ ਖਬਰਾਂ ਤੋਂ ਦੂਰ ਆ। ਮੈਂ ਐਵੇਂ ਤੁਹਾਡੇ ਨਾਲ, ਕਿਉਂਕਿ ਦੇਖੋ ਸਾਡਾ ਇੱਥੇ ਕੀ ਆ ਕਿ ਟ੍ਰੈਂਡ ਚੱਲਦਾ ਪੱਤਰਕਾਰਤਾ 'ਚ, ਇੱਕ ਕੌੜਾ ਸੱਚ ਆ ਕਿ ਜਿੱਧਰ ਜ਼ਿਆਦੇ ਹੁੰਦੇ ਆ, ਮਤਲਬ ਕਿ ਜਿੱਥੇ ਜ਼ਿਆਦੀ ਲੋਕਾਂ ਦੀ ਰਾਏ ਬਣਦੀ ਆ, ਅਸੀਂ ਉਸ ਹਿਸਾਬ ਕਿਤਾਬ ਨਾਲ ਚੱਲਦੇ ਆ। ਇਹ ਹੈ ਮੀਡੀਆ ਦਾ, ਇਹ ਧੰਦਾ ਹੈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਉਹਦੇ 'ਚ ਮੈਂ ਕਿਸੇ ਵਹਾਅ 'ਚ ਵਗ ਕੇ ਗੱਲ ਕਹਿ ਦੇਵਾਂ ਪਰ ਗੱਲ ਦੂਜੂ ਹੋਵੇ, ਮੇਰੇ ਖਿਆਲ ਦੇ ਨਾਲ ਉਹ ਗੱਲ ਸਹੀ ਨਹੀਂ ਹੈ। ਹੋ ਸਕਦਾ ਖਬਰ ਲੱਗੀ ਹੋਵੇ, ਹੋ ਸਕਦਾ ਅਜੇ ਤੱਕ ਖਬਰ ਇੱਥੇ ਨਾ ਲੱਗੀ ਹੋਵੇ, ਪਰ ਕੀ ਫਰਕ ਪੈਂਦਾ? ਜੇ ਤੁਸੀਂ ਕਹਿੰਦੇ ਹੋ ਤੇ ਡੋਨਲਡ ਟਰੰਪ, ਚਲੋ ਗੋਦੀ ਮੀਡੀਆ ਫਲਾਮ ਮੀਡੀਆ ਉਹ ਤਾਂ ਛੱਡ ਦਿਓ, ਫਿਰ ਉਹ ਜੋ ਕਰਦਾ, ਡੋਨਲਡ ਟਰੰਪ ਆ ਕੇ ਇੱਥੇ ਇੰਡੀਆ ਦੇ ਵਿੱਚ ਗੱਲ ਕਰ ਦੇਵੇ ਫਿਰ ਤਾਂ ਗੱਲ ਹੀ ਬਣ ਜੂ, ਫਿਰ ਤਾਂ ਖਬਰਾਂ ਲਾਉਣੀਆਂ ਹੀ ਪੈਣਗੀਆਂ ਨਾ।
ਜੀ ਜੀ ਪਤਾ ਨਹੀਂ ਹੁੰਦਾ ਟਰੰਪ ਹੁਣਾਂ ਦਾ ਕਦੋਂ ਕੀ ਜਿਹੜਾ ਉਹ ਬੋਲ ਜਾਂਦੇ ਨੇ, ਪਰ ਕੰਧ ਨੂੰ ਬਹੁਤ ਉਹ ਲਾਈਕ ਕਰਦੇ ਨੇ। ਹੁਣ ਇਹ ਨਹੀਂ ਪਤਾ ਗੁਜਰਾਤ ਵਾਲੀ ਕੰਧ ਵਾਲੇ ਨਾ ਉੱਥੇ ਬੁਲਾ ਲੈਣ ਬਾਅਦ 'ਚ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ ਹੈ ਵੀ ਮੈਨੂੰ ਇਹ ਪਤਾ, ਮੈਂ ਆਵਾਜ਼ ਮਾੜੀ ਜੀ ਸੁਣੀ ਸੀ ਵੀ ਕੇਜਰੀਵਾਲ ਸਾਹਿਬ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਪੰਜਾਬ ਬਾਰੇ ਵੀ ਕੋਈ ਸਮਝੌਤਾ ਕੀਤਾ ਹੈ। ਤੇ ਪ੍ਰਸ਼ਾਂਤ ਕਿਸ਼ੋਰ ਕਿਉਂਕਿ ਬੜਾ ਹੀ ਮਤਲਬ ਵਧੀਆ ਨੀਤੀ ਘਾੜਾ ਵਾ, ਜੇ ਉਹਨੇ ਪੰਜਾਬ ਦੇ ਵਿੱਚ, ਕਿਉਂਕਿ ਜੇ ਇੱਥੇ ਵੀ ਉਹ ਕੋਈ ਕੰਟਰੈਕਟ ਲੈਂਦਾ ਹੈ ਤੇ ਉਹ ਪੂਰਾ ਉਸ ਸੂਰਤ ਦੇ ਵਿੱਚ ਪੰਜਾਬ ਦੇ ਵਿੱਚ ਜੇ ਜਿੱਤਣਾ ਹੈ ਤੇ ਉਹਦੇ ਲਈ ਚੰਗੇ ਚਿਹਰੇ ਚਾਹੀਦੇ ਆ। ਤੇ ਸਾਰੀ ਦੁਨੀਆ ਇਹੋ ਹੀ ਆਂਦੀ ਆ ਵੀ ਜਿੱਥੇ ਸਿੱਧੂ ਹੋਊਗਾ ਉਹਦੀ ਸਰਕਾਰ ਬਣੂਗੀ। ਸੋ ਆਮ ਆਦਮੀ ਪਾਰਟੀ ਨੂੰ ਸਿੱਧੂ ਨੂੰ ਲੈਣਾ ਜ਼ਰੂਰੀ ਬਣ ਜਾਊਗਾ। ਉਸ ਸੂਰਤ ਦੇ ਵਿੱਚ ਭਗਵੰਤ ਮਾਨ ਜਿਹੜਾ ਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਜਿੰਨੇ ਵੀ ਚੰਗੇ ਚੰਗੇ ਕੈਂਡੀਡੇਟ ਸੀ ਉਹਨਾਂ ਦੀਆਂ ਲੱਤਾਂ ਖਿੱਚ ਕੇ ਹਰਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਉਹਨਾਂ ਨੂੰ ਉਹ ਬਰਦਾਸ਼ਤ ਕਰ ਲਊਗਾ ਵੀ ਸਿੱਧੂ ਆਵੇ ਤੇ ਚੀਫ ਮਿਨਿਸਟਰ ਬਣ ਜਾਵੇ ਤੇ ਉਹ ਪਾਰਟੀ ਮਤਲਬ ਉਹਦੀ ਮਰਜ਼ੀ ਤੋਂ ਬਗੈਰ ਚੱਲ ਜਾਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਇਹ ਤੇ ਨਾ ਹੁਣ ਸਰਦਾਰ ਜੀ ਹਾਈਪੋਥੈਟੀਕਲ ਗੱਲਾਂ ਨੇ, ਬਹੁਤ ਦੂਰ ਦੀਆਂ ਗੱਲਾਂ ਨੇ। ਆਹ ਦੀ ਘੜੀ ਪਹਿਲੀ ਗੱਲ ਹੈ, ਪ੍ਰਸ਼ਾਂਤ ਕਿਸ਼ੋਰ ਦੇ ਨਾਲ ਪੰਜਾਬ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ। ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੀ ਪੈਦਾਇਸ਼ ਹੁੰਦੀਆਂ ਨੇ ਖਬਰਾਂ, ਠੀਕ ਹੈ ਨਾ ਜੀ। ਹਾਲੇ ਤੇ ਦੇਖੋ ਕੇਜਰੀਵਾਲ ਏਡਾ ਬੇਵਕੂਫ ਆ ਕਿ 2 ਸਾਲ ਪਹਿਲਾਂ ਦੇ ਉਹਨੂੰ ਪੇ ਕਰਨੇ ਸ਼ੁਰੂ ਕਰ ਦੂਗਾ। ਪ੍ਰਸ਼ਾਂਤ ਕਿਸ਼ੋਰ, ਦੂਜੀ ਗੱਲ ਹੈ ਪ੍ਰਸ਼ਾਂਤ ਕਿਸ਼ੋਰ ਕੋਈ ਇਹ ਨਹੀਂ ਹੈ ਅਨਡਿਫੀਟਡ ਹੈ। ਪ੍ਰਸ਼ਾਂਤ ਕਿਸ਼ੋਰ ਹੀ ਸੀਗਾ ਜਿਹੜਾ ਪੰਜਾਬ ਦੇ ਨਾਲ ਯੂਪੀ ਦੇ ਵਿੱਚ ਇਹਨਾਂ ਦੀ ਰਣਨੀਤੀ ਘੜ ਰਿਹਾ ਸੀਗਾ ਜੀ। ਯਾਦ ਹੈ ਤੁਹਾਨੂੰ 2017 ਚ ਉੱਥੇ ਮੁੱਦੇ ਮੂੰਹ ਡਿੱਗ ਪਏ ਸਨ, ਉੱਥੇ ਬੁਰਾ ਹਾਲ ਹੋ ਗਿਆ ਸੀ ਕਾਂਗਰਸ ਦਾ। ਇਹ ਨਹੀਂ ਹੁੰਦਾ ਕਿ ਰਾਜਨੀਤੀ 'ਚ ਕੋਈ ਅਜੇਤੂ ਹੈ। ਹਾਂ ਇਹ ਮੇਰੇ ਖਿਆਲ ਦੇ ਨਾਲ ਦੇਖੋ ਪ੍ਰਸ਼ਾਂਤ ਕਿਸ਼ੋਰ ਜੇ ਇਹਨਾਂ ਦੇ ਨਾਲ ਜਾਂਦਾ ਹੈ ਔਰ ਪੰਜਾਬ ਦੇ ਨਾਲ, ਔਰ ਉੱਥੇ ਇੱਕ ਸਵਾਲ ਹੋਰ ਵੀ ਰਹੇਗਾ ਕਿ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਕਾਂਗਰਸੀਆਂ ਦੀ ਇੱਥੇ ਕਰ ਚੁੱਕਿਆ ਇਸ ਤਰ੍ਹਾਂ, ਤਾਂ ਕੀ ਇਹਦੀ ਮੈਨੇਜਮੈਂਟ ਸਿਰਫ ਇੱਥੋਂ ਤੱਕ ਹੀ ਹੈ ਕਿ ਲੋਕਾਂ ਨੂੰ ਬਸ ਭਰਮ ਦੇ ਵਿੱਚ ਫਸਾ ਲੈਣਾ? ਉਹ ਵੀ ਇੱਕ ਸਵਾਲ ਰਹੇਗਾ, ਕਿੰਤੂ ਰਹੇਗਾ ਕਿ ਜਿਹੜੇ ਪਹਿਲਾਂ ਇਹਨਾਂ ਨੇ ਕਾਂਗਰਸ ਲਈ ਉਹ ਬਣਾਏ ਸੀਗੇ ਮੈਨੀਫੈਸਟੋ ਫਲਾਂ ਟਮਕਾਂ, ਉਹਨਾਂ ਦਾ ਕੀ ਹੋਇਆ? ਤੇ ਦੂਜੀ ਗੱਲ ਜਿਹੜੀ ਹੈ ਸਿੱਧੂ ਦੀ ਬਰਦਾਸ਼ਤ ਕਰਨ ਲਈ, ਉਹ ਤੇ ਦੇਖੋ ਜੀ ਗੁਰਦਾ ਰੱਖਣਾ ਪਊਗਾ ਜੇ ਕੁਛ ਕਰਨਾ ਚੰਗਾ, ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਪਊਗਾ, ਜਿਹੜਾ ਕਿ ਵੈਸੇ ਸਾਡੇ ਮੇਰੇ ਖਿਆਲ ਦੇ ਨਾਲ ਜੈਨੇਟਿਕਲੀ ਸਮੱਸਿਆ ਪੈਦਾ ਕਰਨ ਵਾਲਾ ਇੱਕ ਫੰਡਾ ਹੈ ਸਾਡੇ ਇੱਥੇ। ਇਹੀ ਹੈ ਕਿ ਅਸੀਂ ਕਿਸੇ ਨੂੰ ਲੀਡਰ ਨਹੀਂ ਮੰਨਦੇ ਛੇਤੀ ਕੀਤਿਆਂ। ਸਾਡੀ ਇਹ ਇੱਕ ਕਹਿ ਲਈਏ ਕਿ ਬੜੀ ਦੁਖਾਂਤਕ ਕਹਾਣੀ ਹੈ ਕਿ ਅਸੀਂ ਆਪਣੇ ਆਪ ਨੂੰ ਸਿੱਧ ਕਰਦੇ ਹਾਂ, ਅਸੀਂ ਦੂਜੇ ਦੀ ਰਹਿਨੁਮਾਈ ਕਬੂਲਦੇ ਹੀ ਨਹੀਂ। ਤੇ ਜਦ ਤੱਕ ਤੁਸੀਂ ਦੂਜੇ ਦੀ ਰਹਿਨੁਮਾਈ ਕਬੂਲਦੇ ਹੀ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਨਾ ਤਾਂ ਤੁਸੀਂ ਚੰਗੇ ਸਿਖਿਆਰਥੀ ਹੋ ਸਕਦੇ ਹੋ, ਨਾ ਚੰਗੇ ਤੁਸੀਂ ਸਿਆਸਤਦਾਨ ਹੋ ਸਕਦੇ ਹੋ। ਕਿਉਂਕਿ ਸਿਆਸਤ ਦੇ ਵਿੱਚ ਜਦੋਂ ਆਪਾਂ ਸੰਗਠਨਾਤਮਕ ਰਚਨਾ ਦੇਖਦੇ ਹਾਂ ਪਾਰਟੀ ਦੀ, ਤਾਂ ਉਹ ਖੜੀ ਇਸੇ ਤਰ੍ਹਾਂ ਹੀ ਹੁੰਦੀ ਆ ਕਿ ਇੱਟ ਦੇ ਉੱਤੇ ਇੱਟ, ਇੱਟ ਦੇ ਉੱਤੇ ਇੱਟ। ਤਾਂ ਇੱਕ ਨਾ ਇੱਕ ਨੂੰ ਉਹ ਜਿਹੜੀ ਰਹਿਨੁਮਾਈ ਆ ਉਹ ਮੰਨਣੀ ਪਊਗੀ ਕਿਸੇ ਨਾ ਕਿਸੇ ਦੀ। ਜੇ ਇੱਥੇ ਸਟੇਟ ਦਾ ਹੈਡ ਆ ਤਾਂ ਉਹਦੇ ਉੱਤੇ ਦਿੱਲੀ ਵਾਲਾ ਕਮਾਨ ਹੋਊਗੀ, ਤਾਂ ਉਹ ਇਹ ਚੀਜ਼ ਜਿਹੜੀ ਉਹ ਮੰਨਣੀ ਪਊਗੀ। ਤਾਂ ਜਦੋਂ ਤੱਕ ਇਹ ਚੀਜ਼ਾਂ ਇੱਕ ਦੂਜੇ ਨੂੰ ਕਰਦੇ ਨਹੀਂ ਆ ਬਰਦਾਸ਼ਤ, ਤਾਂ ਮੇਰੇ ਖਿਆਲ ਦੇ ਨਾਲ ਗੱਲ ਨਹੀਂ ਬਣੇਗੀ। ਔਰ ਇਹਦੇ ਲਈ ਦਿਲ ਵੱਡਾ ਚਾਹੀਦਾ, ਸਭ ਤੋਂ ਵੱਡੀ ਗੱਲ ਦਿਲ ਵੱਡਾ ਹੋਵੇ। ਜੇ ਬੰਦੇ ਨੇ ਧਾਰੀ ਹੋਵੇ ਕਿ ਹਾਂ ਯਾਰ ਅਸੀਂ ਪੰਜਾਬ ਲਈ ਕੰਮ ਕਰਨਾ, ਜੇ ਤੁਹਾਡੇ ਕਈ ਵਾਰ ਨਿੱਜੀ ਮਨਮੁਟਾਵ ਵੀ ਹੋਣ ਤਾਂ ਉਹ ਵੀ ਕਈ ਵਾਰ ਪਾਸੇ ਹੋ ਜਾਂਦੇ ਜਦੋਂ ਤੁਸੀਂ ਇਹੋ ਜਿਹੀ ਭਾਵਨਾ ਰੱਖਦੇ ਹੋ। ਜੀ ਜੀ ਜੀ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਰਾਜਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ ਤੇ ਸਾਰੇ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਿਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਰਾਜਕਰਨ ਵੀਰ ਜੀ ਤੇ ਪਿੰਟੂ ਜੀ, ਮੇਰੀਆਂ ਦੋ ਹੀ ਗੱਲਾਂ ਨੇ, ਬੇਨਤੀਆਂ ਹੀ ਆ, ਚਾਹੇ ਕੁਐਸਚਨ ਹੈ ਚਾਹੇ ਸੁਜੈਸ਼ਨ ਹੈ। ਨੰਬਰ 1 ਮੈਂ ਸੁਣਿਆ ਸੀਗਾ ਵੀ ਮੋਦੀ ਦੇ ਉੱਥੇ ਕੰਧਾਂ ਕਰਨੀਆਂ ਸ਼ੁਰੂ ਕਰ ਲਈਆਂ ਵੀ ਟਰੰਪ ਨੇ ਆਉਣਾ ਕਿਉਂਕਿ ਉੱਥੇ ਝੁੱਗੀਆਂ ਨੇ। ਮੇਰੇ ਨਾਲੋਂ ਰਾਜਕਰਨ ਵੀਰ ਨੂੰ ਜ਼ਿਆਦਾ ਪਤਾ ਜਿਹੜੇ ਇਲਾਕੇ 'ਚ ਇਹ ਬੈਠੇ ਨੇ, ਪਰੇ ਨੂੰ ਸਨ ਫਰਾਂਸਿਸਕੋ ਤੇ ਬਰਕਲੇ ਦੇ ਵਿੱਚ, ਸੈਕਰਾਮੈਂਟੋ ਜਿੱਥੇ ਮੈਂ ਰਹਿੰਦਾ, ਫਰਿਜ਼ਨੋ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਉਹੇ ਜਿਹੀਆਂ 500 ਝੁੱਗੀਆਂ ਹੈਗੀਆਂ ਮਿੰਟੂ ਜੀ। ਇੱਥੇ ਵੀ ਉਦਾਂ ਦੇ ਲੋਕ ਬਹੁਤ ਨੇ। ਮੇਰੇ ਖਿਆਲ ਜਿਹੜੇ ਉਹ ਝੁੱਗੀਆਂ ਵਾਲੇ ਆ ਉਹ ਤਾਂ ਕਮਾਈ ਕਰਦੇ ਆ, ਜਿਹੜੇ ਇਹਦੇ ਸ਼ਹਿਰ 'ਚ ਜਿਹੜੇ ਇਹਦੇ ਮੁਲਕ ਦੇ ਵਿੱਚ ਆ ਉਹ ਵੈਸੇ ਹੀ ਲੋਕਾਂ ਤੋਂ ਮੰਗ ਕੇ ਲੁੱਟ ਕੇ ਖਾਂਦੇ ਆ। ਇਹ ਪੜਦਾ ਹੀ ਆ ਵੀ ਇੱਥੇ ਗਰੀਬੀ ਨਹੀਂ, ਇੱਥੇ ਗਰੀਬੀ ਸੜਕ ਤੋਂ ਥੱਲੇ ਹੈਗੀ ਹੈ।
ਨੰਬਰ 1। ਉਹਨੂੰ ਕੋਈ ਇਹ ਲਗਾਉਣ ਦੀ ਲੋੜ ਨਹੀਂ ਸੀ। ਜੇ ਉਹ ਐਡਾ ਮੂਰਖ ਬੰਦਾ, ਸਾਡੀ ਗੌਰਮੈਂਟ ਐਡੀ ਮੰਦੀ ਹੈ ਕਿ ਅਸੀਂ ਚੰਗਾ ਹੀ ਦਿਖਾਉਣਾ ਹੈ, ਇਸ ਮੁਲਕ 'ਚ ਵੀ ਸਾਰਾ ਕੁਝ ਚੰਗਾ ਨਹੀਂ ਹੈ। ਨੰਬਰ 2, ਜਿਹੜੀ ਮੂਸੇ ਵਾਲੇ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹੋ ਵੀ ਹਾਂਜੀ ਇਹ ਬੰਦ ਹੋਣੇ ਚਾਹੀਦੇ, ਤੁਹਾਡਾ ਬਹੁਤ ਵਧੀਆ ਜਵਾਬ ਸੀ ਵੀ ਅੱਧੇ ਲੋਕ ਸੱਦਦੇ ਆ, ਅੱਧੇ ਨਹੀਂ। ਮੈਂ ਕਹਿੰਦਾ ਅੱਧੇ ਵੱਧ ਸੱਦਦੇ ਆ। ਤੁਹਾਡੇ ਪੰਜਾਬ ਦੇ ਵਿੱਚ, ਆਪਣੇ ਦੇ ਵਿੱਚ ਪਿਛਲੇ ਹਫ਼ਤੇ 2 ਵੱਡੇ ਵੱਡੇ ਟੂਰਨਾਮੈਂਟ ਹੋਏ ਆ, ਨੰਗਲ, ਅੰਬੀਆਂ ਤੇ ਦਿੜਬਾ। ਇਹਨਾਂ ਦੋਨਾਂ ਥਾਵਾਂ ਤੇ 50 ਲੱਖ ਦੇ ਲਾਗੇ ਬੰਦੇ ਦੀ, ਮੇਰਾ ਖਿਆਲ ਆ, ਜੇ ਮੈਂ ਗਲਤ ਨਾ ਹੋਵਾਂ, ਇੰਨੀ ਆਮਦ ਸੀ, ਲੋਕਾਂ ਦਾ ਇਕੱਠ ਸੀ। ਅਖੀਰਲੇ ਮੈਚ ਦੇ ਵਿੱਚ ਲੋਕੀ ਭੰਨ ਕੇ ਜੰਗਲਾਂ ਆ ਗਏ, ਉਹਨਾਂ ਤੋਂ ਕੰਟਰੋਲ ਨਹੀਂ ਹੋਇਆ। ਇੱਕ ਉਹਨਾਂ ਨੂੰ ਸੁਣਨ ਵਾਸਤੇ ਦੱਸੋ ਕਿੰਨੇ ਲੋਕ ਇਹਨਾਂ ਦੇ ਵਿਰੋਧੀ ਨੇ। ਅਸੀਂ ਤਾਂ ਮੇਰੇ ਕਹਿਣ ਦਾ ਭਾਵ, ਮੈਂ ਆਪ ਨੂੰ ਵੀ ਵਿੱਚ ਲੈ ਲਾਂ, 75% ਤੋਂ ਵੱਧ ਤਾਂ ਅਸੀਂ ਕਮਲੇ ਆ, ਪਾਗਲ ਆ। ਜਿਹੜੇ ਲੋਕਾਂ ਦੀ ਮੰਨੀ, ਉੱਥੇ ਪ੍ਰਸ਼ਾਸਨ ਦੀ ਨਹੀਂ ਮੰਨੀ, ਉਹਨਾਂ ਨੇ ਕਾਮੇਡੀ ਉਹਦਾ ਫਾਈਨਲ ਸ਼ੋਅ ਨਹੀਂ ਹੋਣ ਦਿੱਤਾ। ਮੇਰੀ ਦੂਜੀ ਗੱਲ, ਜਿਹੜੇ 15-15 ਲੱਖ ਇੱਕ ਕਬੱਡੀ ਤੇ ਲਾਉਂਦੇ ਆ, ਉਹਨਾਂ ਨੂੰ ਕੀ ਮਹਿੰਗਾ ਇਹ, ਉਹ ਕਿੱਥੋਂ ਆਉਂਦਾ? ਜੇ ਬਾਈ ਜੀ ਸਾਡਾ ਸੁਧਾਰ ਕਰਨਾ ਸੋਚਣ, ਕਿਸੇ ਟਰੰਪ ਦੀ ਲੋੜ ਨਹੀਂ, ਕਿਸੇ ਮੋਦੀ ਦੀ ਲੋੜ ਨਹੀਂ। ਜਿਹੜੇ ਆ ਲੋਕ 15-15 ਲੱਖ ਇੱਕ ਰੇਡ ਤੇ ਲਾਉਂਦੇ ਆ, ਲਾਉਣ, ਬੜਾ ਜੀ ਇਹਨਾਂ ਕੋਲ ਪੈਸਾ ਹੈ, ਪਰ ਇਹੀ ਆਪਦੇ ਪਿੰਡਾਂ ਦੇ ਵਿੱਚ, ਆਪਦੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੁਝ ਸੁਧਾਰ ਕਰ ਸਕਦੇ ਆ। ਇਹੀ ਮੇਰੀਆਂ ਬੇਨਤੀਆਂ ਨੇ, ਸੱਚੀਆਂ ਜਾਂ ਕੌੜੀਆਂ। ਤੁਸੀਂ ਇਹ ਤੇ ਕਮੈਂਟ ਦੇ ਸਕਦੇ ਹੋ ਬਾਈ ਜੀ। ਥੈਂਕ ਯੂ। ਨਹੀਂ, ਮੈਂ ਤਾਂ ਭਾਜੀ, ਮੈਂ ਤੇ ਹੈ ਹੀ ਇਸ ਹੱਕ ਦੇ ਵਿੱਚ ਆ। ਮੈਂ ਦੇਖੋ ਨਾ, ਕਿਉਂਕਿ ਜਦ ਤੱਕ ਤੁਹਾਡੇ ਕੋਲ ਆਪਸ਼ਨ ਹੈ ਨਾ ਕਿ ਤੁਸੀਂ ਕਿਸੇ ਚੀਜ਼ ਨੂੰ ਰੱਦ ਕਰ ਸਕਦੇ ਹੋ, ਤਾਂ ਦੂਜੀਆਂ ਆਪਸ਼ਨਾਂ ਹੋਣੀਆਂ ਨਹੀਂ ਚਾਹੀਦੀਆਂ। ਤੁਹਾਡੇ ਕੋਲ ਆ ਜਿਹੜਾ ਆਪਸ਼ਨ ਹੈ ਕਿ ਤੁਸੀਂ ਰੱਦ ਕਰ ਸਕਦੇ ਹੋ। ਤੁਸੀਂ ਚੰਗੀ ਚੀਜ਼ ਨੂੰ ਸੁਣੋ, ਚੰਗੀ ਚੀਜ਼ ਨੂੰ ਵੇਖੋ, ਚੰਗੀ ਚੀਜ਼ ਨੂੰ ਪ੍ਰਮੋਟ ਕਰੋ, ਤਾਂ ਮਾੜੀ ਚੀਜ਼ ਆਪਣੇ ਆਪ, ਕਿਉਂਕਿ ਮਾੜੀ ਚੀਜ਼ ਕਦੇ ਖਤਮ ਨਹੀਂ ਹੁੰਦੀ। ਕਿ ਅਮਰੀਕਾ ਦੇ ਵਿੱਚ ਪੋਰਨ ਇੰਡਸਟਰੀ ਨਹੀਂ ਹੈ? ਕਿ ਹਾਲੀਵੁੱਡ ਦੇ ਵਿੱਚ ਐਕਸ਼ਨ ਨਹੀਂ ਹੁੰਦਾ? ਕਿ ਇੱਧਰ ਗਾਣਿਆਂ ਤੇ ਕੰਟਰੋਵਰਸੀ ਨਹੀਂ ਹੁੰਦੀ ਹੋਏਗੀ? ਸਾਰਾ ਕੁਛ ਹੀ ਆ, ਹਰੇਕ ਜਗ੍ਹਾ ਤੇ ਹੀ ਆ, ਵਿਕਸਿਤ ਦੇਸ਼ਾਂ 'ਚ ਵੀ ਆ, ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਵੀ ਆ, ਸਾਰੀਆਂ ਥਾਵਾਂ ਤੇ ਇਹ ਸਮੱਸਿਆ ਹੈ। ਤਾਂ ਸਾਨੂੰ ਇੱਧਰ ਧਿਆਨ ਦੇਣੀ ਚਾਹੀਦੀ ਆ ਕਿ ਜਿਹੜੇ ਸਾਡਾ ਅਕਾਦਮਿਕ ਢਾਂਚਾ ਹੈ ਨਾ, ਉਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਮੈਂ ਇੱਥੇ ਵਾਰ-ਵਾਰ ਕਹਿੰਦਾ, ਸਾਡਾ ਜਿਹੜਾ ਬੁੱਧੀਜੀਵੀ ਵਰਗ ਗਿਆ, ਉਹ ਕਦੇ ਇਸ ਗੱਲ ਤੇ ਕੰਨ ਹੀ ਨਹੀਂ ਧਰਦਾ। ਉਹ ਕਲਾਕਾਰਾਂ ਨੂੰ ਪਿੱਟ ਲਿਆ, ਉਹਨਾਂ ਨੂੰ ਪਿੱਟ ਲਿਆ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇੱਕ ਤੇ ਇਹ ਹੋਣਾ ਚਾਹੀਦਾ ਕਿ ਜਦੋਂ ਅਸੀਂ ਇਸ ਤਰ੍ਹਾਂ ਪੇਂਡੂ ਲੈਵਲ ਤੇ, ਕਿਉਂਕਿ ਇਕਾਈ ਸਾਡੀ ਪਿੰਡ ਮਹੱਤਵਪੂਰਨ ਇਕਾਈ ਆ, ਤਾਂ ਜਦੋਂ ਅਸੀਂ ਇਸ ਤਰ੍ਹਾਂ ਦਾ ਆਯੋਜਨ ਕਰਦੇ ਹਾਂ, ਤਾਂ ਜਿਹੜੇ ਸਾਡੇ ਦੂਜੇ ਲੋਕ ਆ, ਸਪੋਰਟਰ ਲੋਕ ਆ, ਉਹ ਕੀ ਗੱਲ ਉੱਥੇ ਕੋਈ 5 ਬੰਦੇ 7 ਬੰਦੇ ਮਤ ਨਹੀਂ ਦੇ ਸਕਦੇ ਕਿ ਯਾਰ ਜੇ ਇਹਨਾਂ ਨੂੰ ਸੱਦਣਾ ਤਾਂ ਉਹਨਾਂ ਤੋਂ ਚੱਜ ਦੇ ਉੱਥੇ ਗੀਤ ਸੁਣੋ, ਚੱਜ ਦੀਆਂ ਗੱਲਾਂ ਸੁਣੋ। ਉਹਨਾਂ ਨੂੰ ਕਹਾ ਭਾਈ ਅਸੀਂ ਤੁਹਾਨੂੰ ਸੱਦ ਰਹੇ, ਮੈਂ ਮਨੋਰੰਜਨ ਨੂੰ ਮਾੜਾ ਨਹੀਂ ਗਿਣਦਾ, ਕਲਾਕਾਰਾਂ ਦੀ ਰੋਜੀ ਰੋਟੀ ਹੈ। ਹਾਂ, ਤੁਸੀਂ ਉਹਨਾਂ ਤੇ ਕੋਈ ਨਾ ਕੋਈ ਪ੍ਰੋਟੋਕੋਲ ਤਾਂ ਦੱਸ ਸਕਦੇ ਹੋ ਨਾ ਕਿ ਹਾਂ ਭਾਈ, ਹਾਂ ਕੋਈ ਬਈ ਆ ਸਾਡਾ ਪ੍ਰੋਟੋਕੋਲ ਹੈ ਟੂਰਨਾਮੈਂਟ ਦਾ, ਭਾਈ ਅਸੀਂ ਇਸ ਤਰ੍ਹਾਂ ਚੱਲਾਂਗੇ, ਤੁਸੀਂ ਐਗਰੀਮੈਂਟ ਕਰੋ ਸਾਡੇ ਨਾਲ ਕਿ ਇਸ ਤਰ੍ਹਾਂ ਦਾ ਗਾਣਾ ਨਹੀਂ ਗਾਓਗੇ। ਤੁਸੀਂ ਚੰਗੀ ਚੀਜ਼ ਇੱਥੇ ਕਰਕੇ ਜਾਓਗੇ, ਤੁਹਾਡੇ ਫੈਨ ਆਉਣਗੇ, ਫੋਲੋਅਰਸ ਅਸੀਂ ਸੱਦਾਂਗੇ ਤੁਹਾਡੇ, ਤਾਂ ਤੁਸੀਂ ਉਹਨਾਂ ਨੂੰ ਮੱਤ ਦੇ ਕੇ ਜਾਇਓ। ਤਾਂ ਇੱਦਾਂ ਵੀ ਕੀਤਾ ਜਾ ਸਕਦਾ ਨਾ। ਮੈਂ ਨਹੀਂ ਕਹਿੰਦਾ ਕਿ ਕਲਾਕਾਰ ਨਾ ਸੱਦੋ। ਦੂਜੀ ਚੀਜ਼ ਇਹ ਆ ਕਿ ਸਾਨੂੰ ਕਲਾਕਾਰਾਂ ਦੇ ਨਾਲ ਠੀਕ ਇੰਟਰਟੇਨਮੈਂਟ ਵੀ ਆ। ਜੇ ਤੁਹਾਡੇ ਕੋਲ ਇੰਨਾ ਪੈਸਾ ਹੈ ਤਾਂ ਘੱਟੋ ਘੱਟ ਉੱਥੇ ਕੋਈ 5-7 ਗਰੀਬਾਂ ਦੇ ਬੱਚੇ ਆ ਜਿਹੜੇ, ਉਹ ਹੀ ਅਡਾਪਟ ਕਰ ਲਓ ਕਿ ਹਾਂ ਭਾਈ ਜਦ ਤੱਕ ਇਹ ਉਚੇਰੀ ਸਿੱਖਿਆ ਪੂਰੀ ਨਹੀਂ ਕਰ ਲੈਂਦੇ, ਅਸੀਂ ਖਰਚਾ ਇਹਨਾਂ ਦਾ ਚੁੱਕਾਂਗੇ ਸਾਰਾ। ਤਾਂ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਔਰ ਸਭ ਤੋਂ ਵੱਡੀ ਸਮੱਸਿਆ ਆ ਕਿ ਅਸੀਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਵਾਲੇ ਪਾਸੇ ਨਹੀਂ ਤੋਰ ਰਹੇ। ਨਾ ਸਾਡੇ ਪਰਿਵਾਰਕ ਢਾਂਚੇ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਪਹਿਲ ਕਦਮੀ ਹੈ, ਨਾ ਸਾਡੇ ਅਕਾਦਮਿਕ ਢਾਂਚੇ 'ਚ ਆ। ਮੇਨ ਸਮੱਸਿਆ ਇੱਥੇ ਆ, ਜਾਪਾਨੀ ਬੱਚੇ ਨੂੰ ਸਕੂਲਿੰਗ ਵੇਲੇ ਸਭ ਤੋਂ ਪਹਿਲਾਂ ਕੀ ਸਿੱਖਿਆ ਦਿੱਤੀ ਜਾਂਦੀ ਹੈ? ਮੇਰੇ ਖਿਆਲ ਦੇ ਨਾਲ ਤੁਸੀਂ NRI ਬਿਹਤਰ ਜਾਣਦੇ ਹੋ। ਜੀ ਜੀ ਬਿਲਕੁਲ, ਬੜੀ ਚਿੰਤਾ ਦਾ ਵਿਸ਼ਾ ਹੈ ਵੀ ਉੱਥੇ ਹੋ ਕੀ ਰਿਹਾ ਹੈ, ਖਾਸ ਕਰਕੇ ਇਸ ਸਮੇਂ ਜਿਹੜੇ ਸਿੱਖਿਆ ਸੁਧਾਰਾਂ ਨੂੰ ਲੈ ਕੇ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID